मोअज़्ज़िज़ हाज़रीन, मैं इंजीनियर सुखचैन सिंह लैलपुरी आप जी ਦਾ ਬਹੁਤ ਧੰਨਵਾਦੀ ਹਾਂ ਕਿ ਆਪ ਜੀ ਵੱਲੋਂ ਮੇਰੀਆਂ ਪਾਈਆਂ ਗਈਆਂ ਕੁਝ ਮਹਾਨ ਸ਼ਖਸੀਅਤਾਂ ਦੇ ਜੀਵਨ ਉੱਪਰ ਖੋਜ ਭਰਪੂਰ ਵੀਡੀਓ ਨੂੰ ਬਹੁਤ ਸਤਿਕਾਰ ਤੇ ਮਾਣ ਦਿੱਤਾ ਹੈ ਔਰ ਮੈਨੂੰ ਇੱਕ ਲੰਮੀ ਲਿਸਟ ਭੇਜੀ ਹੈ ਵੱਖ-ਵੱਖ ਮੇਰੇ ਵੀਰਾਂ ਨੇ, ਮੇਰੇ ਦੋਸਤਾਂ ਮਿੱਤਰਾਂ ਨੇ ਜਿਨ੍ਹਾਂ ਨੇ ਉਹ ਵੀਡੀਓ ਵੇਖੀਆਂ ਨੇ। ਉਸ ਲਿਸਟ ਦੇ ਵਿੱਚ ਹੋਰ ਬਹੁਤ ਸਾਰੇ ਗ੍ਰੇਟ ਵਿਅਕਤੀਆਂ ਦੇ ਜੀਵਨ ਬਾਰੇ ਵੀ ਖੋਜ ਕਰਕੇ ਵੀਡੀਓ ਪਾਉਣ ਬਾਰੇ ਉਹਨਾਂ ਨੇ ਮੰਗ ਕੀਤੀ ਹੈ, ਉਹਨਾਂ ਨੇ ਡਿਮਾਂਡ ਕੀਤੀ ਹੈ। ਉਹਨਾਂ ਬਾਰੇ ਕੰਮ ਚੱਲ ਰਿਹਾ ਹੈ। ਵਾਰੀ-ਵਾਰੀ ਵਨ ਬਾਏ ਵਨ ਸਾਰਿਆਂ ਉੱਤੇ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਦੇ ਜੀਵਨ ਉੱਤੇ ਕੁਝ ਵੀਡੀਓ ਆਪ ਜੀ ਦੀ ਨਜ਼ਰ ਕੀਤੀਆਂ ਜਾ ਸਕਣ, ਕਿਉਂਕਿ ਮੇਰਾ ਕੰਮ ਕਰਨ ਦਾ ਇੱਕ ਆਪਣਾ ਤਰੀਕਾ ਹੈ ਕਿ ਮੈਂ ਕਿਸੇ ਵੀ ਵਿਅਕਤੀ ਦੀ ਕੋਈ ਵੀ ਜੇ ਵੀਡੀਓ ਬਣਾਉਣੀ ਹੈ ਉਹਦੀ ਤਸੱਲੀ ਬਖਸ਼ ਜੀਵਨੀ ਤੇ ਉਹਦੀ ਲਾਈਫ ਸਟੋਰੀ ਪੂਰੀ ਤਰ੍ਹਾਂ ਪੜ੍ਹ ਕੇ ਉਹਦੇ ਲਈ ਮੈਨੂੰ ਭਾਵੇਂ 1 2 4 5 10 ਕਿਤਾਬਾਂ ਪੜ੍ਹਨੀਆਂ ਪੈਣ, ਜਿੱਥੋਂ ਵੀ ਉਹਦੇ ਬਾਰੇ ਨੌਲੇਜ ਮਿਲ ਸਕਦੀ ਹੋਵੇ ਉਹ ਸਾਰੀ ਇਕੱਤਰ ਕਰਕੇ ਆਪਦੇ ਵੱਲੋਂ ਮੈਂ ਕੋਸ਼ਿਸ਼ ਕਰਨਾ ਕਿ ਉਹਦੀ ਪੂਰੀ ਸਹੀ ਜੀਵਨੀ ਸਹੀ ਤੱਥ ਮੈਂ ਆਪ ਜੀ ਸਾਹਮਣੇ ਪੇਸ਼ ਕਰਾਂ। ਸੋ ਅੱਜ ਵੀ ਅਸੀਂ ਇੱਕ ਮਹਾਨ ਸ਼ਖਸੀਅਤ ਦੀ ਜੀਵਨ ਉੱਤੇ ਗੱਲ ਕਰਾਂਗੇ ਜਿਸ ਨੇ ਦੁਨੀਆ ਦੇ ਵਿੱਚ ਧੁੰਮਾਂ ਪਾ ਦਿੱਤੀਆਂ। ਬਾਦਸ਼ਾਹ ਬਹੁਤ ਹੋਏ ਨੇ, ਆਪਦੇ ਦੇਸ਼ ਵਿੱਚ ਉਹਨਾਂ ਦੇ ਨਾਂ ਚੱਲਦੇ ਨੇ, ਮਾਰ ਕੇ ਚੱਲਦੇ ਨੇ, ਉਹਨਾਂ ਦੀਆਂ ਯਾਦਗਾਰਾਂ ਹੋਣਗੀਆਂ ਆਪਦੇ ਦੇਸ਼ ਵਿੱਚ। ਪਰ ਇੱਕ ਐਸਾ ਬਾਦਸ਼ਾਹ ਸੀ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਆਪਦਾ ਨਾਂ ਹੀ ਨਹੀਂ ਚਲਾਇਆ, ਆਪਦੇ ਨਾਂ ਉੱਤੇ ਸ਼ਹਿਰ ਵੀ ਵਸਾਏ ਤੇ ਪੂਰੀ ਦੁਨੀਆ ਨੂੰ ਜਿੱਤਣ ਵਾਸਤੇ ਨਿਕਲਿਆ। ਮੇਰੀ ਮੁਰਾਦ ਸਿਕੰਦਰ ਮਹਾਨ ਤੋਂ ਹੈ। ਸਿਕੰਦਰ ਮਹਾਨ ਨੂੰ ਮਹਾਨ ਬਣਾਉਣ ਵਿੱਚ ਉਹਦੀ ਮਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸਿਕੰਦਰ ਦੀ ਮਹਾਨਤਾ ਦੀ ਸਾਰੀ ਸਟੋਰੀ ਉਹਦੀ ਮਾਤਾ ਦੀ ਉਹਨਾਂ ਸਿੱਖਿਆਵਾਂ ਦੇ ਦੁਆਲੇ ਘੁੰਮਦੀ ਏ, ਜਿਸ ਤੋਂ ਸਾਨੂੰ ਬਹੁਤ ਵੱਡੀ ਸਮਾਜਿਕ ਤੌਰ ਤੇ ਸਿੱਖਿਆ ਮਿਲਦੀ ਹੈ ਕਿ ਇੱਕ ਮਾਂ ਕੀ ਰੋਲ ਅਦਾ ਕਰ ਸਕਦੀ ਹੈ ਆਪਦੇ ਬੱਚਿਆਂ ਵਾਸਤੇ। ਉਹਦੀ ਮਾਂ ਦਾ ਇਹ ਇੰਤਖਾਬ ਸੀ, ਉਹਦੀ ਮਾਂ ਦਾ ਇਹ ਸੁਪਨਾ ਸੀ ਜਦੋਂ ਅਜੇ ਸਿਕੰਦਰ ਇਸ ਦੁਨੀਆ ਤੇ ਆਇਆ ਨਹੀਂ ਸੀ। ਉਸ ਵੇਲੇ ਉਹਦੀ ਮਾਂ ਦਾ ਇੱਕ ਸੁਪਨਾ ਸੀ ਕਿ ਮੇਰੇ ਪੇਟ ਚੋਂ, ਮੇਰੇ ਗਰਭ ਚੋਂ ਜਨਮ ਲੈਣ ਵਾਲਾ ਬੱਚਾ ਪੁੱਤਰ ਹੀ ਹੋਵੇ ਤੇ ਉਹ ਪੂਰੀ ਦੁਨੀਆ ਦਾ ਰਾਜਾ ਹੋਵੇ, ਪੂਰੀ ਦੁਨੀਆ ਵਿੱਚ ਉਸ ਨੂੰ ਯਾਦ ਕੀਤਾ ਜਾਏ। ਇਹ ਸੁਪਨਾ ਉਹਦੀ ਮਾਂ ਦਾ ਸੀ, ਪਰ ਉਸ ਸੁਪਨੇ ਨੂੰ ਸਾਕਾਰ ਕਰਨ ਲਈ ਉਸ ਮਾਂ ਨੇ ਉਸ ਨੂੰ ਕੀ ਗੱਲਾਂ ਤੋਂ ਵਰਜਿਆ ਤੇ ਕੀ ਸਿੱਖਿਆਵਾਂ ਤੇ ਸੇਧ ਦਿੱਤੀ ਜਿਸ ਨਾਲ ਉਹ ਮਹਾਨ ਬਣਿਆ, ਜਿਸ ਨਾਲ ਸਿਕੰਦਰ ਦੁਨੀਆ ਦਾ ਜੇਤੂ ਬਣਿਆ। ਅੱਜ ਅਸੀਂ ਉਸ ਵਿਸ਼ੇ ਉੱਤੇ ਗੱਲ ਕਰਾਂਗੇ, ਸਿਕੰਦਰ ਦੀਆਂ ਲੜਾਈਆਂ, ਸਿਕੰਦਰ ਦੀਆਂ ਜਿੱਤਾਂ। ਇਸ ਬਾਰੇ ਆਪ ਜੀ ਨੂੰ ਪਹਿਲਾਂ ਕਾਫੀ ਪਤਾ ਹੋਵੇਗਾ, ਪਰ ਅੱਜ ਅਸੀਂ ਉਸ ਦੀਆਂ ਕੁਝ ਵਿਸ਼ੇਸ਼ ਜਿੱਤਾਂ ਤੇ ਕੁਝ ਵਿਸ਼ੇਸ਼ ਲੜਾਈਆਂ ਤੇ ਉਹਦੀ ਜ਼ਿੰਦਗੀ ਦੀ ਕਾਮਯਾਬੀ ਦਾ ਅਸਲ ਕਾਰਨ ਉਹਦੇ ਉੱਤੇ ਕੇਂਦਰਿਤ ਰਹਾਂਗੇ। ਸਿਕੰਦਰ ਦਾ ਜਨਮ ਮਕਦੂਨੀਆ ਦੇ ਬਾਦਸ਼ਾਹ ਫਿਲਫ ਦੂਜਾ ਕਰਕੇ ਇਹਦਾ ਨਾਮ ਇਤਿਹਾਸ ਚ ਆਉਂਦਾ ਹੈ, ਉਹਦੇ ਘਰ ਹੋਇਆ ਹੈ। ਇਹ ਹਿਸਟਰੀ ਇੰਨੀ ਕੁ ਪੁਰਾਣੀ ਹੈ
ਕਿ ਵੱਖ-ਵੱਖ ਇਤਿਹਾਸਕਾਰਾਂ ਨੇ ਉਹਦੇ ਜਨਮ ਦੀਆਂ ਤਰੀਕਾਂ ਵੱਖ-ਵੱਖ ਦਿੱਤੀਆਂ ਨੇ। ਇਸ ਕਰਕੇ ਕਿਸੇ ਵੀ ਇੱਕ ਤਰੀਕ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ। ਇਸ ਦੀ ਮਾਤਾ ਦਾ ਨਾਮ ਓਲੰਪੀਆ ਹੈ। ਬਾਲਕ ਨੇ ਜਦੋਂ ਜਨਮ ਲਿਆ, ਇਸ ਦਾ ਨਾਮ ਸਿਕੰਦਰ ਰੱਖਿਆ ਗਿਆ। ਬਾਪ ਉਸ ਵੇਲੇ ਮਕਦੂਨੀਆ ਦਾ ਬਾਦਸ਼ਾਹ ਸੀ ਔਰ ਉਸਦੀ ਚਾਹ ਸੀ ਕਿ ਉਹ ਪੂਰੇ ਯੂਨਾਨ ਨੂੰ ਜਿੱਤ ਸਕੇ। ਲੇਕਿਨ ਯੂਨਾਨ ਦੇ ਉੱਤੇ, ਯੂਨਾਨ ਦੀਆਂ ਹੋਰ ਬਹੁਤ ਸਾਰੀਆਂ ਰਿਆਸਤਾਂ ਉੱਪਰ ਉਹਦੇ ਆਪਦੇ ਰਿਸ਼ਤੇਦਾਰਾਂ, ਉਹਦੇ ਸ਼ਰੀਕੇ ਦੇ ਭਰਾਵਾਂ ਦਾ ਕਬਜ਼ਾ ਸੀ ਔਰ ਜੋ ਉਸਨੂੰ ਲਗਾਤਾਰ ਬਹੁਤ ਤੰਗ ਪਰੇਸ਼ਾਨ ਕਰਦੇ ਸੀ। ਫਿਲਿਪ ਉਹਨਾਂ ਤੋਂ ਬਹੁਤ ਦੁਖੀ ਆਇਆ ਹੋਇਆ ਸੀ। ਫਿਲਿਪ ਯੂਨਾਨ ਨੂੰ ਜਿੱਤਣਾ ਤਾਂ ਚਾਹੁੰਦਾ ਸੀ, ਪਰ ਉਹਨਾਂ ਸਾਥੀਆਂ ਨੇ ਉਹਦੀ ਪੇਸ਼ ਨਾ ਜਾਣ ਦਿੱਤੀ। ਇਸ ਕਰਕੇ ਉਹ ਤਰੱਕੀ ਨਹੀਂ ਕਰ ਸਕਿਆ। ਦੂਸਰੀ ਵੱਡਾ ਕਾਰਨ ਇਹ ਬਣ ਗਿਆ ਕਿ ਫਿਲਿਪ ਦੇ ਜੀਵਨ ਵਿੱਚ ਜਿੰਨੀਆਂ ਕਿ ਲੜਾਈਆਂ ਆਈਆਂ, ਉਹਨਾਂ ਵਿੱਚ ਬਹੁ ਗਿਣਤੀ ਉਹਦੀਆਂ ਹਾਰਾਂ ਦੇ ਵਿੱਚ ਦਰਜ ਹੋਈ। ਉਹ ਬਹੁਤ ਘੱਟ ਲੜਾਈਆਂ ਹੀ ਜਿੱਤ ਸਕਿਆ, ਬਹੁਤੀਆਂ ਹਾਰਦਾ ਰਿਹਾ। ਹਾਰ ਕੇ ਉਹ ਇੰਨਾ ਕੁ ਤੰਗ ਆ ਗਿਆ ਕਿ ਉਹ ਸ਼ਰਾਬ ਦਾ ਆਦੀ ਹੋ ਗਿਆ। ਸ਼ਰਾਬੀ ਬੰਦੇ ਵਿੱਚ, ਨਸ਼ੇੜੀ ਬੰਦੇ ਵਿੱਚ ਫਿਰ ਸ਼ਰਾਬ ਤੋਂ ਬਾਅਦ ਹੋਰ ਬਹੁਤ ਸਾਰੇ ਗੁਨਾਹ ਦਖਲ ਹੋ ਜਾਂਦੇ ਨੇ, ਸ਼ਾਮਲ ਹੋ ਜਾਂਦੇ ਨੇ। ਉਹ ਬੜੀ ਆਸਾਨੀ ਨਾਲ ਉਹਦੇ ਜੀਵਨ 'ਚ ਆ ਜਾਂਦੇ ਨੇ। ਜਦੋਂ ਇੱਕ ਗੁਨਾਹ ਅੰਦਰ ਲੰਘ ਆਇਆ, ਫਿਰ ਦੂਸਰਿਆਂ ਨੂੰ ਰਸਤਾ ਪ੍ਰਾਪਤ ਹੋ ਜਾਂਦਾ, ਮਿਲ ਜਾਂਦਾ ਹੈ। ਸ਼ਰਾਬ ਦੇ ਨਾਲ ਪਹਿਲਾ ਗੁਨਾਹ ਜੁੜਦਾ ਹੈ ਸ਼ਬਾਬ। ਫਿਲਿਪ ਇੱਥੇ ਸ਼ਰਾਬ ਦਾ ਰਸੀਆ ਸੀ, ਉੱਥੇ ਉਹ ਸ਼ਬਾਬ ਦਾ ਵੀ ਸ਼ੌਕੀਨ ਸੀ, ਉਹ ਕਰੈਕਟਰ ਦਾ ਵੀ ਸੀ। ਇਹ ਕਾਰਨ ਉਹਦੀਆਂ ਹਾਰਾਂ ਦਾ ਵੀ ਬਣਦਾ ਰਿਹਾ। ਲੇਕਿਨ ਨਿੱਤ ਦੀਆਂ ਹਾਰਾਂ ਦੇ ਤਾਨੇ ਮਿਹਨਿਆਂ ਤੋਂ ਸਿਕੰਦਰ ਦੀ ਮਾਤਾ ਬਹੁਤ ਪਰੇਸ਼ਾਨ ਰਹਿੰਦੀ ਸੀ। ਜਦੋਂ ਸਿਕੰਦਰ ਨੇ ਅਜੇ ਜਨਮ ਲੈਣਾ ਸੀ, ਜਦੋਂ ਸਿਕੰਦਰ ਅਜੇ ਓਲੰਪੀਆ ਦੇ ਗਰਭ ਵਿੱਚ ਸੀ, ਉਸ ਵੇਲੇ ਜਿਸ ਰੱਬ ਨੂੰ ਉਹ ਮੰਨਦੀ ਸੀ, ਜਿਸ ਦੀ ਉਹ ਆਰਾਧਨਾ ਕਰਦੀ ਸੀ, ਉਸ ਅੱਗੇ ਉਹ ਫਰਿਆਦ ਕਰਦੀ ਸੀ ਕਿ ਯਾ ਰੱਬ, ਮੇਰੇ ਪੇਟ ਚੋਂ ਪੈਦਾ ਹੋਣ ਵਾਲਾ ਪੁੱਤਰ ਹੀ ਹੋਵੇ ਤੇ ਉਹ ਯੂਨਾਨ ਜੋ ਮੇਰੇ ਪਤੀ ਕੋਲੋਂ ਜਿੱਤਿਆ ਨਹੀਂ ਗਿਆ, ਜੋ ਮੇਰੇ ਸਹੁਰੇ ਕੋਲੋਂ, ਮੇਰੇ ਅੱਬਾ ਕੋਲੋਂ ਜਿੱਤਿਆ ਨਹੀਂ ਗਿਆ, ਯੂਨਾਨ ਤਾਂ ਕਿਤੇ ਦੂਰ ਦੀ ਗੱਲ, ਉਹ ਪੂਰੀ ਦੁਨੀਆ ਜਿੱਤ ਕੇ ਵਿਖਾਏ। ਇਸ ਤਰ੍ਹਾਂ ਦੀ ਰਹਿਮ, ਇਸ ਤਰ੍ਹਾਂ ਦੀ ਕਿਰਪਾ ਮੇਰੇ ਤੇ ਕਰ। ਤੇ ਧਾਰਮਿਕ ਦੁਨੀਆ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਬਿਰਥੀ ਨਾ ਜਾਏ ਜਨ ਕੀ ਅਰਦਾਸ। कौन कहता है कि दुआ परवान नहीं होती, कबूल नहीं होती? कौन कहता है कि दुआ कबूल नहीं होती? पर अगर दुआ दिल से हो, जे तनो मनो हो के असी उस रब दी अगे अरदास बेनती जोदड़ी दुआ फरियाद करांगे ते ਉਹ ਨੇੜੇ ਹੋ ਕੇ ਸਾਡੀ ਉਹ ਫਰਿਆਦ ਸੁਣੇਗਾ ਵੀ ਤੇ ਪੂਰੀ ਵੀ ਕਰੇਗਾ। ਔਰ ਉਸ ਰੱਬ ਨੇ ਓਲੰਪੀਆ ਦੀ ਸ਼ਾਇਦ ਇਹ ਫਰਿਆਦ ਨੂੰ ਸੁਣ ਲਿਆ। ਫਰਿਆਦ ਦਾ ਪਹਿਲਾ ਹਿੱਸਾ ਸੀ
ਕਿ ਪੁੱਤਰ ਹੋਵੇ। ਓਲੰਪੀਆ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਸਿਕੰਦਰ ਰੱਖਿਆ ਗਿਆ। ਓਲੰਪੀਆ ਨੇ ਪੁੱਤਰ ਵੱਡਾ ਹੋਣ ਲੱਗਾ ਸੀ। ਓਲੰਪੀਆ ਨੇ ਮਹਿਸੂਸ ਕੀਤਾ ਕਿ ਕਿਤੇ ਮੇਰਾ ਬੱਚਾ ਆਪਦੇ ਬਾਪ ਨੂੰ ਵੇਖ ਕੇ ਇਹਦੀ ਨਕਲ ਤੇ ਨਾ ਟੁਰ ਪਵੇ, ਕਿਤੇ ਇਹ ਵੀ ਸ਼ਰਾਬ ਦਾ ਆਦੀ ਨਾ ਬਣ ਜਾਏ, ਕਿਤੇ ਇਹ ਵੀ ਇੱਕ ਕਮਜ਼ੋਰ ਦਿਲ ਇਨਸਾਨ ਨਾ ਬਣ ਜਾਏ। ਇਸ ਕਰਕੇ ਉਸਨੇ ਆਪਣੇ ਪਤੀ ਨਾਲ ਸਲਾਹ ਕਰਕੇ ਉਸਨੂੰ ਇਸ ਗੱਲ ਵਿੱਚ ਮਨਾ ਲਿਆ ਕਿ ਆਪਾਂ ਸਿਕੰਦਰ ਨੂੰ ਕਿਸੇ ਚੰਗੇ ਉਸਤਾਦ ਕੋਲੋਂ ਸਿੱਖਿਆ ਪ੍ਰਾਪਤ ਕਰਨ ਲਈ ਭੇਜ ਦਈਏ। ਪਤੀ ਇਸ ਗੱਲ ਵਿੱਚ ਫਿਰ ਸਹਿਮਤ ਹੋ ਗਿਆ। ਹੁਣ ਚੰਗੇ ਉਸਤਾਦ ਦੀ ਭਾਲ ਹੋਣ ਲੱਗੀ, ਤੇ ਜਿਸ ਚੀਜ਼ ਦੀ ਭਾਲ ਤੇ ਆਪਾਂ ਨਿਕਲ ਪਈਏ ਦਿਲੋਂ ਹੋ ਕੇ, ਉਹ ਚੀਜ਼ ਵੀ ਪ੍ਰਾਪਤ ਹੋ ਜਾਂਦੀ। ਭਾਲਦਿਆਂ ਇੱਕ ਚੰਗਾ ਉਸਤਾਦ, ਜੋ ਦੁਨੀਆ ਦਾ ਪ੍ਰਸਿੱਧ ਉਸਤਾਦ ਸੀ, ਜਿਸਨੂੰ ਇਤਿਹਾਸ ਨੇ ਅਰਸਤੂ ਆਖਿਆ, ਉਸਦਾ ਨਾਂ ਅਰਸਤੂ ਸੀ, ਉਸ ਦੀ ਭਾਲ ਹੋ ਗਈ। ਸਿਕੰਦਰ ਨੂੰ ਅਰਸਤੂ ਦੇ ਕੋਲ ਸਿੱਖਿਆ ਪ੍ਰਾਪਤ ਕਰਨ ਲਈ ਭੇਜਿਆ ਗਿਆ। ਅਰਸਤੂ ਨੇ ਸਿਕੰਦਰ ਨੂੰ ਦੁਨਿਆਵੀ ਪੜ੍ਹਾਈ ਸ਼ੁਰੂ ਕਰਾਈ, ਧਾਰਮਿਕ ਪੜ੍ਹਾਈ ਸ਼ੁਰੂ ਕਰਾਈ। ਜਦੋਂ ਉਹ 12 ਕੁ ਸਾਲ ਦਾ ਹੋਇਆ ਤੇ ਉਸਨੇ ਅਰਸਤੂ ਦੇ ਉਸ ਸਕੂਲ ਵਿੱਚ, ਉਸ ਡੇਰੇ ਵਿੱਚ, ਉਸ ਆਸ਼ਰਮ ਦੇ ਵਿੱਚ ਘੋੜੇ ਵੀ ਸੀ, ਕਿਉਂਕਿ ਉਹਦੇ ਕੋਲ ਪੜ੍ਹਨ ਵਾਲੇ ਜਿਹੜੇ ਨੌਜਵਾਨ ਆਉਂਦੇ ਸਨ, ਉਹਨਾਂ ਨੂੰ ਘੋੜ ਸਵਾਰੀ ਵੀ ਸਿਖਾਈ ਜਾਂਦੀ ਸੀ। ਇੱਕ ਬੜਾ ਜ਼ਬਰਦਸਤ ਅਥਰਾ ਘੋੜਾ ਸੀ, ਜਿਹਨੂੰ ਅਲੱਗ ਬੰਨ੍ਹਿਆ ਜਾਂਦਾ ਸੀ, ਤੇ ਉਹਦੀਆਂ ਚਾਰੇ ਲੱਤਾਂ ਨੂੰ ਉਸ ਵੇਲੇ ਰੱਸੇ ਪਾਏ ਜਾਂਦੇ ਸਨ, ਚਾਰੇ ਲੱਤਾਂ ਬੱਧੀਆਂ ਜਾਂਦੀਆਂ ਸਨ। ਉਹ ਇੰਨਾ ਅਥਰਾ ਘੋੜਾ ਸੀ। ਉਹਦਾ ਨਾਂ ਅਸਤਰ ਸੀ। ਅੱਜ ਵੀ ਜੇ ਘੋੜਾ ਅਥਰਾ ਹੋਵੇ ਤੇ ਉਹਨੂੰ ਅਸਤਰ ਕਿਹਾ ਜਾਂਦਾ ਹੈ, ਉਸ ਤੋਂ ਨਾਂ ਚੱਲਦਾ ਹੈ। ਇੱਕ ਦਿਨ ਸਿਕੰਦਰ ਨੇ ਉਸ ਘੋੜੇ ਨੂੰ ਖੋਲਿਆ ਤੇ ਉਹਦੇ ਤੇ ਸਵਾਰੀ ਕੀਤੀ। ਘੋੜੇ ਨੇ ਆਪਦੀ ਕੰਡ ਉੱਤੇ ਕਦੇ ਕਿਸੇ ਨੂੰ ਬਹਿਣ ਨਹੀਂ ਸੀ ਦਿੱਤਾ। ਲਗਭਗ 1.5-2 ਘੰਟਿਆਂ ਦੀ ਲੰਮੀ ਜੱਦੋ ਜਹਿਦ, ਤਗੜੀ ਘੋੜੇ ਦੀ ਵਿਰੋਧਤਾ ਦੇ ਬਾਵਜੂਦ ਸਿਕੰਦਰ ਉਹਦੇ ਉੱਤੇ ਕਾਠੀ ਪਾ ਕੇ ਸਵਾਰ ਬਣਨ ਵਿੱਚ ਕਾਮਯਾਬ ਹੋ ਗਿਆ। ਜਦੋਂ ਕਿ ਸਿਕੰਦਰ ਅਜੇ ਦੂਸਰੇ ਆਪ ਦੇ ਤੋਂ ਵੱਡੇ ਮੁੰਡਿਆਂ ਨੂੰ, ਨੌਜਵਾਨਾਂ ਨੂੰ ਘੋੜ ਸਵਾਰੀ ਕਰਦਿਆਂ ਵੇਖਦਾ ਸੀ। ਅਜੇ ਘੋੜ ਸਵਾਰੀ ਆਪ ਨਹੀਂ ਸੀ ਕਰਦਾ, ਲੇਕਿਨ ਵੇਖ ਕੇ ਹੀ ਉਸਨੇ ਏਡੀ ਕਾਪੀ ਕੀਤੀ ਤੇ ਇੱਕ ਅਥਰੇ ਘੋੜੇ ਉੱਤੇ ਸਵਾਰੀ ਕਰ ਲਈ। ਜਦੋਂ ਇਹ ਗੱਲ ਅਰਸਤੂ ਨੇ ਵੇਖੀ, ਉਹਨੇ ਕਿਹਾ ਵੀ ਇਹਦਾ ਤਾਂ ਧਿਆਨ ਘੋੜੇ ਸਵਾਰੀਆਂ ਤੇ ਜੰਗਾਂ ਯੁੱਧਾਂ ਵਿੱਚ ਜ਼ਿਆਦਾ ਚੱਲੇਗਾ, ਕਿਉਂਕਿ ਰਾਜੇ ਮਹਾਰਾਜਿਆਂ ਦਾ ਪੁੱਤਰ ਹੈ। ਅਰਸਤੂ ਨੇ ਉਸ ਦਿਨ ਤੋਂ ਬਾਅਦ ਸਿਕੰਦਰ ਨੂੰ ਘੋੜ ਸਵਾਰੀ, ਤਲਵਾਰਬਾਜ਼ੀ, ਨੇਜਾਬਾਜ਼ੀ, ਜੰਗੀ ਕਰਤਬ, ਜੰਗ ਵਿਦਿਆ, ਜੰਗ ਨੀਤੀ, ਰਾਜਨੀਤੀ, ਇਹ ਸਭ ਚੀਜ਼ਾਂ ਉਸਨੇ ਉਸਨੂੰ ਪੜ੍ਹਾਈਆਂ ਤੇ ਸਿਖਾਈਆਂ। ਅਠਾਰਾਂ ਕੁ ਸਾਲ ਦੀ ਉਮਰ ਦਾ ਜਦੋਂ ਗੱਭਰੂ ਜਵਾਨ ਹੋਇਆ, ਪੜ੍ਹਾਈ ਪੂਰੀ ਕਰ ਗਿਆ, ਹਰ ਕਿਸਮ ਦੀ ਵਿਦਿਆ ਦੇ ਵਿੱਚ ਨਿਪੁੰਨ ਹੋ ਗਿਆ, ਤੇ ਅਰਸਤੂ ਨੇ ਸੁਨੇਹਾ ਭੇਜਿਆ ਮਕਦੋਨੀਆ ਦੇ ਵਿੱਚ। ਇੱਕ ਉਸਦੇ ਚੇਲੇ ਨੇ ਆਣ ਕੇ ਦੱਸਿਆ ਕਿ ਬਾਦਸ਼ਾਹ ਸਲਾਮਤ, ਉਸਤਾਦ ਜੀ ਕਹਿੰਦੇ ਨੇ ਕਿ ਸਿਕੰਦਰ ਦੀ ਸਾਰੀ ਪੜ੍ਹਾਈ ਪੂਰੀ ਹੋ ਗਈ ਹੈ,
ਇਸ ਨੂੰ ਵਾਪਸ ਬੁਲਾ ਲਿਆ ਜਾਏ। ਸਿਕੰਦਰ ਦੀ ਮਾਂ ਨੇ, ਸਿਕੰਦਰ ਦੇ ਬਾਪ ਨੇ ਇੱਕ ਛੋਟੀ ਜਿਹੀ ਫੌਜੀ ਟੁਕੜੀ ਭੇਜ ਕੇ ਸਿਕੰਦਰ ਨੂੰ ਬੜੀ ਸ਼ਾਨ ਨਾਲ ਵਾਪਸ ਬੁਲਾਇਆ। ਸਿਕੰਦਰ ਦੇ ਯੂਨਾਨ ਵਿੱਚ ਪਹੁੰਚਣ ਦੇ ਲਈ ਇੱਕ ਬੜਾ ਵੱਡਾ ਜਸ਼ਨ ਮਨਾਇਆ ਗਿਆ। ਬੜੇ ਸ਼ਾਨੋ ਸ਼ੌਕਤ ਨਾਲ ਸਿਕੰਦਰ ਆਪਦੇ ਰਾਜ ਮਹਿਲ ਵਿੱਚ ਪਹੁੰਚਿਆ, ਪ੍ਰਵੇਸ਼ ਕੀਤਾ। ਰਾਜ ਮਹਿਲ ਦੇ ਵਿੱਚ ਜਦੋਂ ਉਹ ਦਰਬਾਰ ਵਿੱਚ ਪਹੁੰਚਿਆ, ਉੱਥੇ ਬਹੁਤ ਸਾਰਾ ਗਾਉਣ ਵਜਾਉਣ ਜਸ਼ਨ ਮਨਾਇਆ ਗਿਆ। ਸ਼ਾਮ ਤੱਕ ਵਧਾਈਆਂ ਚੱਲਦੀਆਂ ਰਹੀਆਂ, ਖੁਸ਼ੀ ਮਨਾਈ ਜਾਂਦੀ ਰਹੀ। ਦੂਸਰੇ ਪਾਸੇ ਜਨਾਨ ਖਾਨੇ ਵਿੱਚ ਉਹਦੀ ਮਾਂ ਓਲੰਪੀਆ ਬੇਸਬਰੀ ਨਾਲ ਆਪਦੇ ਜਵਾਨ ਪੁੱਤਰ ਨੂੰ ਮਿਲਣ ਦਾ ਇੰਤਜ਼ਾਰ ਕਰਦੀ ਰਹੀ, ਕਿਉਂਕਿ ਬੜੀ ਛੋਟੀ ਜਿਹੀ ਉਮਰ ਵਿੱਚ ਸਿਕੰਦਰ ਛੋਟਾ ਬਾਲਕ ਸੀ। ਜਦੋਂ ਮਾਂ ਕੋਲੋਂ ਸਿੱਖਿਆ ਪ੍ਰਾਪਤ ਕਰਨ ਲਈ ਚਲਿਆ ਗਿਆ ਸੀ, ਅੱਜ ਹੁਣ ਨੌਜਵਾਨ ਹੋ ਕੇ ਆਏ ਪੁੱਤਰ ਨੂੰ ਵੇਖਣ ਲਈ ਮਾਂ ਦੀਆਂ ਅੱਖਾਂ ਵਿੱਚ ਬੜੀਆਂ ਵੱਡੀਆਂ ਸਦਰਾਂ ਸਨ। ਔਰ ਕੱਲੀਆਂ ਉਸ ਦੇ ਵਿੱਚ ਹੀ ਨਹੀਂ, ਅੱਜ ਵੀ ਅਸੀਂ ਵੇਖ ਸਕਦੇ ਹਾਂ ਕਿ ਅੱਜ ਦੀਆਂ ਮਾਵਾਂ ਵੀ ਜਿਨ੍ਹਾਂ ਦੇ ਬੱਚੇ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਬਾਹਰ ਦੇ ਮੁਲਕਾਂ ਵਿੱਚ ਚਲੇ ਜਾਂਦੇ ਨੇ, ਜਦੋਂ 3, 4, 5 ਸਾਲ ਬਾਅਦ ਵਾਪਸ ਪਰਤਦੇ ਨੇ ਤੇ ਮਾਂ ਨੂੰ ਉਹਦੇ ਬੱਚੇ ਨੂੰ ਮਿਲਣ ਵਾਸਤੇ ਬਾਪ ਨਾਲੋਂ ਕਿਤੇ ਜ਼ਿਆਦਾ ਚਾਅ ਚੜਿਆ ਹੁੰਦਾ ਹੈ। ਉਹੀ ਚਾਅ ਅੱਜ ਓਲੰਪੀਆ ਦੇ ਮਨ ਵਿੱਚ ਸੀ। ਲੇਕਿਨ ਜਦੋਂ ਸ਼ਾਮ ਪਈ, ਫਿਲਪ ਨੇ ਆਪਦੀ ਆਦਤ ਦੇ ਮੁਤਾਬਕ ਸ਼ਰਾਬ ਦਾ ਕੰਮ ਸ਼ੁਰੂ ਕੀਤਾ। ਫਿਰ ਉਹ ਪਿਆਲਾ ਖੜਕਿਆ। ਫਿਰ ਸ਼ਾਮ ਨੂੰ ਬਹੁਤ ਵੱਡਾ ਸ਼ਰਾਬ ਦਾ ਦੌਰ ਚੱਲਿਆ। ਇਸ ਦੌਰ ਵਿੱਚ ਫਿਲਪ ਦੇ ਦਰਬਾਰੀਆਂ ਨੇ ਖੁਸ਼ੀ ਨਾਲ ਪ੍ਰੈਸ਼ਰਾਈਜ਼ ਕਰਕੇ ਸਿਕੰਦਰ ਨੂੰ ਵੀ ਕੁਝ ਪਿਆਲੇ ਸ਼ਰਾਬ ਪਿਆ ਦਿੱਤੀ। ਸਿਕੰਦਰ ਨੇ ਸ਼ਰਾਬ ਪਹਿਲੀ ਵਾਰੀ ਪੀਤੀ ਸੀ, ਕਿਉਂਕਿ ਅਰਸਤੂ ਦੀ ਏਡੀ ਸ਼ਕਤੀ ਸੀ ਕਿ ਉਹਦੇ ਡੇਰੇ ਵਿੱਚ, ਉਹਦੇ ਆਸ਼ਰਮ ਵਿੱਚ ਕਿਸੇ ਕਿਸਮ ਦਾ ਕੋਈ ਨਸ਼ਾ ਨਹੀਂ ਸੀ ਕਰ ਸਕਦਾ। ਲੇਕਿਨ ਅੱਜ ਆਪਦੇ ਘਰ ਪਹੁੰਚ ਕੇ ਪਹਿਲੀ ਵਾਰੀ ਸਿਕੰਦਰ ਨੇ ਸ਼ਰਾਬ ਦਾ ਨਸ਼ਾ, ਸ਼ਰਾਬ ਦਾ ਜ਼ਾਇਕਾ, ਸ਼ਰਾਬ ਦਾ ਟੇਸਟ ਵੇਖਿਆ ਸੀ। ਅੱਜ ਉਹਦੇ ਬੁੱਲ੍ਹਾਂ ਨੇ ਸ਼ਰਾਬ ਦਾ ਸਵਾਦ ਚੱਖਿਆ ਸੀ। ਲੇਕਿਨ ਪੀਂਦਿਆਂ ਪੀਂਦਿਆਂ ਕੁਝ ਜ਼ਿਆਦਾ ਹੋ ਗਿਆ। ਸਿਕੰਦਰ ਇੱਕ ਡੋਲੇ ਖਾਣ ਲੱਗਾ। ਇੰਨੇ ਨੂੰ ਸ਼ਾਮ ਦੀ ਮਹਿਫਿਲ ਖਤਮ ਹੋ ਗਈ। ਜਦੋਂ ਸਿਕੰਦਰ ਆਪਦੀ ਮਾਂ ਨੂੰ ਮਿਲਣ ਵਾਸਤੇ ਤੁਰਨ ਲੱਗਾ ਤੇ ਉਹਦੇ ਕਦਮ ਡਗਮਗਾਏ, ਬਾਪ ਦੇ ਨਜ਼ਰੀ ਪਏ। ਆਵਾਜ਼ ਮਾਰ ਕੇ ਉਸਨੇ ਸਿਕੰਦਰ ਨੂੰ ਰੋਕਿਆ। ਫਿਲਪ ਕਹਿਣ ਲੱਗਾ, ਸਿਕੰਦਰ, ਤੇਰੀ ਮਾਂ ਸ਼ਰਾਬ ਤੋਂ ਬਹੁਤ ਨਫ਼ਰਤ ਕਰਦੀ ਹੈ। ਤੇਰਾ ਸ਼ਰਾਬ ਪੀ ਕੇ ਜਾ ਕੇ ਉਹਨੂੰ ਮਿਲਣਾ ਬਹੁਤ ਵੱਡਾ ਵਿਦਰੋਹ ਪੈਦਾ ਕਰ ਸਕਦਾ ਹੈ। ਇਸ ਕਰਕੇ ਤੂੰ ਕੁਛ ਚਿਰ ਅਜੇ ਰੁਕ ਜਾ, ਜਦੋਂ ਉਹ ਸੌਂ ਜਾਏਗੀ ਉਦੋਂ ਚਲਿਆ ਜਾਏ। ਸਿਕੰਦਰ ਨੇ ਬਾਪ ਦਾ ਕਹਿਣਾ ਮੰਨਿਆ। ਉਹਨੇ ਕਾਫੀ ਚਿਰ ਉਡੀਕ ਕਰਕੇ ਦੇਰ ਰਾਤ ਨੂੰ ਜਦੋਂ ਉਹ ਵਾਪਸ ਜਨਾਨ ਖਾਨੇ ਵੱਲ, ਆਪਦੇ ਰਹਿਸ਼ੀ ਆਰਾਮ ਘਰ ਵੱਲ ਪਰਤਿਆ, ਮਾਂ ਅਜੇ ਇੰਤਜ਼ਾਰ ਕਰ ਰਹੀ ਸੀ। ਇੱਕ ਵੱਡੀ ਸਾਰੀ ਮਿਸਾਲ ਬਣ ਰਹੀ ਸੀ ਉਹਦੇ ਥੱਲੇ ਬੈਠੀ ਹੋਈ ਮਾਂ ਉਸ ਦਰਵਾਜ਼ੇ ਤੇ ਅੱਖਾਂ ਟਿਕਾਈ, ਜਿਸ ਰਸਤੇ ਥਾਣੀ, ਜਿਸ ਦਰਵਾਜ਼ੇ ਵਿੱਚੋਂ ਦੀ ਉਹਦੇ ਬੇਟੇ ਨੇ ਆਉਣਾ ਸੀ।
ਉਡੀਕ ਰਹੀ ਸੀ। ਇੱਕ ਨੌਜਵਾਨ ਆਉਂਦਾ ਨਜ਼ਰ ਆਇਆ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਢਿੱਡੋਂ ਜੰਮਿਆਂ ਦੇ ਦੰਦ ਨਹੀਂ ਗਿਣੇ ਜਾਂਦੇ। ਮਾਵਾਂ ਨੂੰ ਆਪਣੇ ਬੱਚਿਆਂ ਨੂੰ ਪਛਾਣਨਾ ਕੋਈ ਔਖਾ ਨਹੀਂ ਹੁੰਦਾ। ਨਿਰਸੰਦੇਹ ਸਿਕੰਦਰ ਛੋਟੇ ਬਾਲਕ ਤੋਂ ਹੁਣ ਇੱਕ 6 ਫੁੱਟਾ 6.5 ਫੁੱਟਾ ਨੌਜਵਾਨ ਬਣ ਕੇ ਆਇਆ ਸੀ। ਲੇਕਿਨ ਉਸਦੀ ਚੱਲਣ ਫਿਰਨ ਦੀ ਟੁਰਨ ਦੀ ਚਾਲ ਨੂੰ ਵੇਖ ਕੇ ਮਾਂ ਨੇ ਸਿਆਣ ਲਿਆ ਕਿ ਮੇਰਾ ਬੇਟਾ ਆ ਰਿਹਾ ਹੈ। ਜਦੋਂ ਸਿਕੰਦਰ ਕੋਲੋਂ ਲੰਘਿਆ, ਉਹਦੀ ਨਜ਼ਰ ਪਈ ਕਿ ਮਾਂ ਅਜੇ ਜਾਗਦੀ ਹੈ। ਅੱਖ ਬਚਾ ਕੇ ਪਾਸੇ ਦੀ ਨਿਕਲਣ ਲੱਗਾ ਤੇ ਮਾਂ ਨੇ ਆਵਾਜ਼ ਮਾਰ ਲਈ। ਮਾਂ ਨੂੰ ਇਹ ਭੁਲੇਖਾ ਸੀ ਕਿ ਸ਼ਾਇਦ ਮੈਂ ਸਿਕੰਦਰ ਦੀ ਨਜ਼ਰ ਨਹੀਂ ਆਈ, ਜਾਂ ਸਿਕੰਦਰ ਕਾਫੀ ਦੇਰ ਬਾਅਦ ਆਇਆ, ਉਹ ਮੈਨੂੰ ਸਿਆਣ ਨਹੀਂ ਰਿਹਾ ਕਿ ਮੇਰੀ ਮਾਂ ਬੈਠੀ। ਉਹਦੇ ਦਿਮਾਗ 'ਚ ਭੁਲੇਖਾ ਸੀ। ਆਵਾਜ਼ ਮਾਰ ਕੇ ਜਦੋਂ ਸਿਕੰਦਰ ਨੂੰ ਉਰਾਂ ਬੁਲਾਇਆ, ਜਦੋਂ ਪੂਰੇ ਚਾਅ ਨਾਲ ਮਾਂ ਨੇ ਉਹਨੂੰ ਆਪਦੇ ਗਲ ਨਾਲ ਲਾਇਆ, ਆਪਦੇ ਤੋਂ 2-3 ਗਿੱਠਾਂ ਉੱਚਾ ਪੁੱਤਰ, ਮਾਂ ਦੀ ਖੁਸ਼ੀ ਦੀ ਹੱਦ ਨਾ ਰਹੀ। ਜਦੋਂ ਮਾਂ ਨੇ ਚਾਅ ਨਾਲ ਪੁੱਤਰ ਨੂੰ ਗਲ ਨਾਲ ਲਾਇਆ ਨਾ, ਤੇ ਉਹਨੂੰ ਸਿਕੰਦਰ ਦੇ ਕੋਲੋਂ ਸ਼ਰਾਬ ਦੀ ਵਾਸ਼ਨਾ ਆ ਗਈ, ਸ਼ਰਾਬ ਦੀ ਹਵਾੜ ਆ ਗਈ। ਅੱਗ ਲੱਗ ਉੱਠੀ ਓਲੰਪੀਆ ਨੂੰ। ਬਿਨਾਂ ਕਿਸੇ ਗੱਲ ਤੋਂ, ਬਿਨਾਂ ਪੁੱਛਿਆ, ਬਿਨਾਂ ਕੋਈ ਸਵਾਲ ਕਰਿਆ, ਓਲੰਪੀਆ ਨੇ ਸਿਕੰਦਰ ਨੂੰ 2 ਥੱਪੜ ਇੱਕ ਪਾਸੇ, 2 ਥੱਪੜ ਉਹਦੇ ਮੂੰਹ ਤੇ ਦੂਸਰੇ ਪਾਸੇ ਦੇ ਮਾਰੇ। ਕਹਿੰਦੀ, ਸਿਕੰਦਰ ਤੂੰ ਸ਼ਰਾਬ ਪੀਤੀ? ਤੇ ਜਵਾਨ ਬੱਚਾ, ਜਵਾਨ ਮੁੰਡਾ ਆਪਦੇ ਮੂੰਹ ਤੇ ਜੋ ਚਪੇੜ ਜਾਂ ਥੱਪੜ ਜਾਂ ਕੋਈ ਚੀਜ਼ ਉਸਨੂੰ ਮਾਰੀ ਜਾਏ, ਉਹ ਉਹਦੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਇਹ ਜਵਾਨੀ ਦੀ ਆਦਤ ਹੁੰਦੀ। ਉਹਦੇ ਹੱਥਾਂ ਤੇ ਉਸਨੂੰ ਡੰਡੇ ਮਾਰੇ ਜਾਣ, ਡਾਂਗਾ ਮਾਰੀਆਂ ਜਾਣ, ਕੁਛ ਵੀ ਮਾਰਿਆ ਜਾਏ, ਉਹ ਬਰਦਾਸ਼ਤ ਕਰ ਸਕਦਾ ਹੈ। ਲੇਕਿਨ ਜਦੋਂ ਉਹਦੇ ਮੂੰਹ ਤੇ ਕੋਈ ਥੱਪੜ ਮਾਰੇਗਾ, ਭਾਵੇਂ ਉਹਨੂੰ ਪੈਦਾ ਕਰਨ ਵਾਲੀ ਮਾਂ ਜਾਂ ਉਹਦਾ ਬਾਪ ਕਿਉਂ ਨਾ ਹੋਵੇ, ਉਹਨੂੰ ਬਰਦਾਸ਼ਤ ਕਰਨਾ ਔਖਾ ਲੱਗਦਾ ਹੈ। ਮਾਂ ਦੇ ਥੱਪੜਾਂ ਦਾ ਬਹੁਤ ਦੁੱਖ ਹੋਇਆ। ਸਿਕੰਦਰ ਨੂੰ ਗੁੱਸਾ ਆਇਆ। ਗੁੱਸੇ ਵਿੱਚ ਸਿਕੰਦਰ ਬੋਲਿਆ, ਐ ਮੇਰੀ ਮਾਤਾ, ਮੈਂ ਅੱਜ ਸ਼ਰਾਬ ਪੀਤੀ, ਤੂੰ ਮੈਨੂੰ ਮਾਰਿਆ। ਮੇਰਾ ਬਾਪ ਪਿਛਲੇ ਕਈ ਸਾਲਾਂ ਤੋਂ ਸ਼ਰਾਬ ਪੀ ਰਿਹਾ, ਮੇਰੇ ਜਨਮ ਤੋਂ ਵੀ ਪਹਿਲਾਂ ਦਾ। ਉਹਨੂੰ ਤਾਂ ਤੂੰ ਕਦੇ ਰੋਕਿਆ ਨਹੀਂ। ਮੈਨੂੰ ਤੂੰ ਅੱਜ ਪਹਿਲੇ ਦਿਨ ਹੀ ਮਾਰਿਆ। ਪਹਿਲੇ ਦਿਨ ਤੋਂ ਮੈਨੂੰ ਮਿਲੀ, ਇੰਨੀ ਦੇਰ ਬਾਅਦ ਮੈਂ ਅੱਜ ਆਇਆ, ਔਰ ਅੱਜ ਪਹਿਲੀ ਵਾਰੀ ਮੈਂ ਪੀਤੀ। ਓਲੰਪੀਆ ਨੇ ਆਖਿਆ, ਐ ਮੇਰੇ ਬੇਟੇ, ਇੱਕ ਸ਼ਰਾਬ ਦਾ ਪਿਆਲਾ ਜਦੋਂ ਮੈਂ ਤੇਰੇ ਬਾਪ ਦੇ ਹੱਥ ਵਿੱਚ ਵੇਖਿਆ ਸੀ ਨਾ, ਮੈਂ ਉਸ ਦਿਨ ਤੋਂ ਬੜਾ ਦੁੱਖ ਮਨਾਇਆ ਸੀ, ਪਰ ਮੇਰੀ ਉਹਦੇ ਅੱਗੇ ਕੋਈ ਪੇਸ਼ ਨਹੀਂ ਸੀ ਜਾਂਦੀ। ਮੈਂ ਆਪਦੇ ਘਰ ਦੀ ਤਬਾਹੀ ਤੇ ਬਰਬਾਦੀ ਉਸ ਸ਼ਰਾਬ ਰਾਹੀਂ ਹੁੰਦੀ ਵੇਖਦੀ ਰਹੀ, ਪਰ ਮੇਰੇ ਕੋਲੋਂ ਕੁਛ ਵੀ ਨਾ ਹੋ ਸਕਿਆ। ਮੈਂ ਜੁਨਾਨ ਦੀ ਮਲਕਾ ਬਣਨ ਦਾ ਸੁਪਨਾ ਲੈਂਦੀ ਸਾਂ, ਪਰ ਮੇਰੇ ਹੱਥੋਂ ਕਈ ਵਾਰੀ ਮਖਦੂਨੀਆ ਵੀ ਖੁੱਸਦਾ ਰਿਹਾ। ਮੇਰੇ ਤੇ ਬੜੀਆਂ ਮੁਸੀਬਤਾਂ ਵੀ ਆਉਂਦੀਆਂ ਰਹੀਆਂ, ਉਹ ਮੈਂ ਸਹਾਰਦੀ ਸਾਂ। ਉਹ ਸਾਰੀਆਂ ਮੁਸੀਬਤਾਂ ਉਸ ਸ਼ਰਾਬ ਦੇ ਉਸ ਪਿਆਲੇ ਕਰਕੇ ਆਉਂਦੀਆਂ ਸਨ। ਮੈਂ ਤੇਰੇ ਬਾਪ ਦੇ ਹੱਥ ਉਸ ਸ਼ਰਾਬ ਦੇ ਪਿਆਲੇ ਵਿੱਚ ਜੁਨਾਨ ਦੀ ਸੰਤਲਤ ਘੁੜ ਕੇ ਤੇਰੇ ਬਾਪ ਨੂੰ ਪੀਂਦਿਆਂ ਵੇਖਿਆ ਸੀ, ਤੇ ਮੇਰੀਆਂ ਸਦਰਾਂ ਸਨ ਤੇਰੇ ਤੇ। ਤੂੰ ਜਦੋਂ ਮੇਰੇ ਗਰਭ ਵਿੱਚ ਅਜੇ ਜਨਮ ਲੈਣ ਵਾਲਾ ਸੈਂ ਨਾ, ਤੇ ਮੈਂ ਉਸ ਰੱਬ ਅੱਗੇ ਝੋਲੀਆਂ ਕਰ ਕਰਕੇ ਇਹ ਅਰਦਾਸਾਂ ਕਰਕੇ ਮੰਗਦੀ ਸਾਂ
ਕਿ ਮੇਰੀ ਕੁੱਖ ਵਿੱਚੋਂ ਪੈਦਾ ਹੋਣ ਵਾਲਾ ਮੇਰਾ ਬੇਟਾ ਆਲਮ ਫਤਹੀ ਹੋਏਗਾ, ਆਲਮ ਫਤਹੀ ਹੋਏਗਾ। ਮੈਨੂੰ ਨਹੀਂ ਸੀ ਪਤਾ ਕਿ ਤੂੰ ਆ ਕੇ ਉਹ ਪਿਆਲਾ ਜਿਹੜਾ ਤੇਰੇ ਬਾਪ ਨੇ ਪੀਤਾ ਸੀ ਉਹ ਚੁੱਕ ਲਏਗਾ ਤੇ ਮੇਰੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਜਾਏਗਾ। ਮੈਂ ਅੱਜ ਦੂਸਰੀ ਵਾਰ ਬਰਬਾਦੀ ਦਾ ਦਸਤਕ ਵੇਖਿਆ। ਅੱਜ ਦੂਸਰੀ ਵਾਰ ਤਬਾਹੀ ਨੇ ਮੇਰੇ ਦਰਵਾਜ਼ੇ ਤੇ ਖੜੋ ਕੇ ਮੈਨੂੰ ਆਵਾਜ਼ ਮਾਰ ਦਿੱਤੀ। ਇਸ ਕਰਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਕਹਿੰਦੇ ਨੇ ਕਿ ਸਿਕੰਦਰ ਆਪਦੀ ਮਾਂ ਦੇ ਪੈਰਾਂ ਤੇ ਟਹਿ ਪਿਆ। ਉਹਨੇ ਆਪਦੀ ਮਾਂ ਦੇ ਪੈਰ ਫੜ ਕੇ, ਕਦਮ ਫੜ ਕੇ ਸਿਕੰਦਰ ਇੰਨਾ ਰੋਇਆ, ਉਹਨੇ ਮਾਂ ਦੇ ਪੈਰ ਧੋ ਦਿੱਤੇ। ਵਾਲਾਂ ਤੋਂ ਉੱਤੋਂ ਫੜ ਕੇ ਮਾਂ ਨੇ ਖੜਾ ਕੀਤਾ। ਮਾਂ ਦਾ ਹੱਥ ਫੜ ਕੇ ਆਪਦੇ ਸਿਰ ਤੇ ਰੱਖ ਕੇ ਸਿਕੰਦਰ ਕਹਿੰਦਾ ਹੈ, ਮੇਰੀ ਮਾਤਾ, ਆ ਤੇਰਾ ਬੇਟਾ ਕਸਮ ਖਾਂਦਾ ਹੈ ਕਿ ਜਿੰਨਾ ਤੇਰਾ ਸੁਪਨਾ ਜਿਹੜਾ ਤੂੰ ਲਿਆ ਸੀ ਕਿ ਮੈਂ ਆਲਮ ਫਤਿਹ ਹੋਵਾਂ, ਮੈਂ ਦੁਨੀਆ ਦਾ ਜੇਤੂ ਬਣਾ, ਜਿੰਨਾ ਚਿਰ ਮੈਂ ਦੁਨੀਆ ਜਿੱਤ ਕੇ ਤੇਰੇ ਇਹਨਾਂ ਮੁਬਾਰਕ ਕਦਮਾਂ ਤੇ ਨਾ ਰੱਖਾਂਗਾ, ਉਹਨਾਂ ਚਿਰ ਤੇਰਾ ਇਹ ਬੇਟਾ ਸਿਕੰਦਰ ਦੁਨੀਆ ਦੇ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਏਗਾ। ਇੱਕ ਬਹੁਤ ਕਮਾਲ ਦੀ ਪ੍ਰਤਿਗਿਆ ਸੀ ਜਿਹਨੇ ਸਿਕੰਦਰ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਸਤਿਕਾਰਯੋਗ ਹਾਜ਼ਰੀਨ, ਜਰਾ ਗੌਰ ਫਰਮਾਓ ਕਿ ਜੇ ਓਲੰਪੀਆ ਆਪਦੇ ਬੇਟੇ ਨੂੰ ਨਾ ਰੋਕਦੀ ਨਸ਼ੇ ਤੋਂ ਤੇ ਸ਼ਾਇਦ ਸਿਕੰਦਰ ਸ਼ਰਾਬ ਦੇ ਨਸ਼ੇ ਵਿੱਚ ਗਰਕ ਹੋ ਜਾਂਦਾ। ਲੇਕਿਨ ਇੱਕ ਨਸ਼ੇੜੀ ਹੋਣ ਲੱਗੇ ਪੁੱਤਰ ਨੂੰ ਥੱਪੜ ਮਾਰ ਕੇ ਮਾਂ ਨੇ ਰੋਕਿਆ ਤੇ ਉਹ ਦੁਨੀਆ ਦਾ ਜੇ ਜੇਤੂ ਬਣ ਸਕਦਾ ਹੈ ਤੇ ਜਿਹੜੀਆਂ ਅੱਜ ਦੀਆਂ ਸਾਡੀਆਂ ਮਾਵਾਂ ਨੇ ਉਹ ਆਪਦੇ ਬੱਚਿਆਂ ਨੂੰ ਪਹਿਲੇ ਦਿਨ ਜਦੋਂ ਉਹ ਨਸ਼ਾ ਕਰਕੇ ਆਉਂਦੇ ਨੇ ਤੇ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਜੀਵਨ 'ਚ ਸੁਧਾਰ ਕਿਉਂ ਨਹੀਂ ਲਿਆ ਸਕਦੀਆਂ? ਸਿਰਫ ਹਿੰਮਤ ਕਰਨ ਦੀ ਲੋੜ ਹੈ। ਮਾਂ ਆਪਦੇ ਬੱਚੇ ਦਾ ਪਹਿਲਾ ਗੁਰੂ ਹੋਇਆ ਕਰਦੀ ਹੈ ਕਿ ਜਨਮ ਤੋਂ ਬਾਅਦ ਜਦੋਂ ਬੱਚਾ ਤੁਰਨਾ ਸਿੱਖਦਾ ਹੈ ਉਹ ਮਾਂ ਸਿਖਾਉਂਦੀ ਹੈ, ਜਦੋਂ ਬੱਚਾ ਬਹਿਣਾ ਸਿੱਖਦਾ ਹੈ ਉਹ ਮਾਂ ਸਿਖਾਉਂਦੀ ਹੈ, ਜਦੋਂ ਬੱਚਾ ਬੋਲਣਾ ਸਿੱਖਦਾ ਹੈ ਉਹ ਮਾਂ ਸਿਖਾਉਂਦੀ ਹੈ। ਜੇ ਮਾਂ ਇੰਨਾ ਕੁਝ ਸਿਖਾ ਸਕਦੀ ਹੈ ਤੇ ਉਹਦੇ ਜੀਵਨ 'ਚ ਸੁਧਾਰ ਕਿਉਂ ਨਹੀਂ ਲਿਆ ਸਕਦੀ? ਸਿਰਫ ਇਹਦੇ ਤੇ ਧਿਆਨ ਦੇਣ ਦੀ ਲੋੜ ਹੈ। ਮੈਂ ਇਸ ਕਹਾਣੀ ਦੇ ਰਾਹੀਂ, ਇਸ ਜੀਵਨੀ ਦੇ ਰਾਹੀਂ ਜਿਹੜੇ ਵੀ ਮੇਰੇ ਵੀਰ ਜਾਂ ਭੈਣਾਂ ਮੇਰੀਆਂ ਸੁਣਦੀਆਂ ਨੇ ਉਹਨਾਂ ਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ ਜਦੋਂ ਪਹਿਲੇ ਦਿਨ ਉਹਨਾਂ ਦਾ ਬੱਚਾ ਕੁਝ ਨਸ਼ੇ ਨੂੰ ਹੱਥ ਲਾਵੇ, ਉਸੇ ਦਿਨ ਤੋਂ ਹੀ ਸਖਤੀ ਨਾਲ ਉਹਦੇ ਨੂੰ ਰੋਕ ਦਿੱਤਾ ਜਾਏ, ਉਹਦਾ ਜੀਵਨ ਬਣ ਜਾਏਗਾ, ਸੁਧਰ ਜਾਏਗਾ। ਖੈਰ, ਮੈਂ ਆਪਣੀ ਕਹਾਣੀ ਤੇ ਆਵਾਂ। ਉਸ ਦਿਨ ਤੋਂ ਪ੍ਰਣ ਕੀਤਾ, ਅਜੇ 1 ਸਾਲ ਵੀ ਪੂਰਾ ਉਸਨੂੰ ਆਪਦੇ ਮਹਿਲਾਂ ਦੇ ਵਿੱਚ ਆਪਦੇ ਬਾਪ ਦੀ ਸਰਪ੍ਰਸਤੀ ਵਿੱਚ ਰਹਿਣ ਦਾ ਨਹੀਂ ਸੀ ਮਿਲਿਆ ਕਿ ਉਸਦੇ ਬਾਪ ਦਾ ਕਤਲ ਹੋ ਗਿਆ, ਫਿਲਫ ਦਾ ਕਤਲ ਹੋ ਗਿਆ। ਅਜੇ ਸਿਕੰਦਰ ਦੀ 19 ਕੁ ਸਾਲ ਦੀ ਉਮਰ ਸੀ। ਸਿਕੰਦਰ ਬਾਪ ਦੇ ਸਾਏ ਤੋਂ ਵਾਂਝਾ ਹੋ ਗਿਆ। ਸਿਕੰਦਰ ਨੂੰ ਫਿਲਫ ਦੀ ਥਾਂ ਤੇ ਬਾਦਸ਼ਾਹ ਬਣਾਇਆ ਗਿਆ। ਅਲੜ ਉਮਰ ਦਾ, ਨਵੀਂ ਉਮਰ ਦਾ ਬਾਦਸ਼ਾਹ ਸੀ। ਲੋਕਾਂ ਦੀਆਂ ਨਜ਼ਰਾਂ ਇਸ ਤਰ੍ਹਾਂ ਸਨ ਕਿ ਇਹਨੂੰ ਘੁਮਾ ਫਰਾ ਦੇਣਾ ਕੋਈ ਬਹੁਤ ਹੀ ਔਖੀ ਗੱਲ ਨਹੀਂ। ਗੁਆਂਢ ਵਿੱਚ ਨਾਲ ਲੱਗਦਿਆਂ ਦੇਸ਼ਾਂ ਦੇ ਵੀ ਦਿਮਾਗ 'ਚ ਇਹ ਸੀ ਕਿ ਮਖਦੂਨੀਆਂ ਦੇ ਉੱਤੇ ਕਬਜ਼ਾ ਕਰਨਾ ਹੁਣ ਕੋਈ ਬਹੁਤ ਹੀ ਔਖੀ ਗੱਲ ਨਹੀਂ। ਇੱਕ ਨੌਜਵਾਨ ਕਿੰਨਾ ਕੁ ਸੰਭਾਲ ਸਕਦਾ ਹੈ? ਲੇਕਿਨ ਮਾਂ ਦੀ ਪਰਵਰਿਸ਼, ਮਾਂ ਦੀ ਸਿੱਖਿਆ, ਮਾਂ ਦੀ ਸਰਪ੍ਰਸਤੀ ਨੇ ਸਿਕੰਦਰ ਨੂੰ ਉਹ ਸਿੱਖਿਆਵਾਂ ਦਿੱਤੀਆਂ, ਦੁਨੀਆ ਵੇਖ ਕੇ ਹੈਰਾਨ ਹੋ ਗਈ। ਸਿਕੰਦਰ ਨੇ ਰਾਜ ਭਾਗ ਸੰਭਾਲਦਿਆਂ ਹੀ ਆਪਦੇ ਦੁਸ਼ਮਣਾਂ ਨੂੰ ਨੱਥ ਪਾ ਦਿੱਤੀ।
ਮਕਦੂਨੀਆ ਦੇ ਰਾਜ ਸਿੰਘਾਸਨ ਤੇ ਜਿੱਥੇ ਰੋਜ਼ ਸ਼ਰਾਬ ਪੀਤੀ ਜਾਂਦੀ ਸੀ, ਜਿੱਥੇ ਰੋਜ਼ ਨਾਚ ਹੋਇਆ ਕਰਦੇ ਸਨ, ਬਿਲਕੁਲ ਬੰਦ ਕਰ ਦਿੱਤੇ ਗਏ। ਫੌਜਾਂ ਨੂੰ ਖਿੱਚ ਕੇ ਸਹੀ ਰਸਤੇ ਤੇ ਚੱਲਣ ਦੇ ਆਦੇਸ਼ ਜਾਰੀ ਹੋਏ। ਫੌਜਾਂ ਦੀ ਗਿਣਤੀ ਸ਼ੁਰੂ ਹੋਈ, ਫੌਜਾਂ ਦੀ ਤਿਆਰੀ ਵੇਖੀ ਗਈ, ਫੌਜਾਂ ਦੀਆਂ ਵਰਦੀਆਂ ਚੈੱਕ ਕਰਦਾ ਸੀ, ਫੌਜਾਂ ਦੇ ਲਿਬਾਸ ਵੇਖਦਾ ਸੀ, ਫੌਜੀ ਜਵਾਨਾਂ ਨੂੰ ਚੈੱਕ ਕਰਦਾ ਸੀ, ਘੋੜ ਸਵਾਰੀਆਂ ਕਰਾ ਕੇ ਉਹਨਾਂ ਦੇ ਮੁਕਾਬਲੇ ਕਰਾ ਕੇ ਵੇਖਦਾ ਸੀ। ਫੌਜ ਨੂੰ ਚੁਸਤ ਦੁਰਸਤ ਕਰਾਇਆ ਉਸਨੇ। 12 ਫੁੱਟ ਤੋਂ ਦੇ ਨੇਜਿਆਂ ਨੂੰ 16.5 ਫੁੱਟ ਤੇ ਕਰ ਦਿੱਤਾ। ਇਸ ਤੋਂ ਪਹਿਲਾਂ ਉਹਨਾਂ ਦੀ ਫੌਜ ਵਿੱਚ ਨੇਜਾ ਬਰਦਾਰ ਜਿਹੜੇ ਸਨ, ਉਹਨਾਂ ਕੋਲ 12 ਫੁੱਟੇ ਨੇਜੇ ਸੀ। ਸਿਕੰਦਰ ਨੇ ਉਸਨੂੰ 16 ਤੇ 17 ਫੁੱਟ ਤੇ ਕਰਤਾ। ਉਹਨਾਂ ਨੂੰ ਨਵੀਂ ਟ੍ਰੇਨਿੰਗ ਦਿੱਤੀ। ਜਿਹੜੇ ਯੂਨਾਨ ਦੇ ਰਾਜੇ ਉਸਨੂੰ ਮਜ਼ਾਕ ਕਰਦੇ ਸਨ, ਉਸਨੇ ਆਪਦੇ ਰਾਜ ਦੇ ਵਿਸਤਾਰ ਕਰਨ ਵਾਸਤੇ ਸਭ ਤੋਂ ਪਹਿਲਾਂ ਯੂਨਾਨ ਨੂੰ ਚੁਣਿਆ ਤੇ ਪਹਿਲਾ ਹਮਲਾ ਉਹਨੇ 20 ਸਾਲ ਦੀ ਉਮਰ ਵਿੱਚ ਯੂਨਾਨ ਤੇ ਕੀਤਾ। ਬੜੀ ਆਸਾਨੀ ਨਾਲ ਯੂਨਾਨ ਨੂੰ ਜਿੱਤਿਆ। ਯੂਨਾਨ ਤੋਂ ਬਾਅਦ, ਕਿਉਂਕਿ ਯੂਨਾਨ ਦੀ ਜੰਗ ਵਿੱਚ ਈਰਾਨ ਦੇ ਬਾਦਸ਼ਾਹ ਦਾਰਾ, ਕਿਉਂਕਿ ਈਰਾਨ ਉਸ ਜ਼ਮਾਨੇ ਦਾ ਸਭ ਤੋਂ ਵੱਡਾ ਦੇਸ਼ ਸੀ, ਈਰਾਨ ਦੇ ਵਿੱਚ ਹਰ ਕਿਸਮ ਦੀਆਂ ਸਹੂਲਤਾਂ ਸਨ ਔਰ ਅਰਬਾਂ ਤੋਂ ਲੈ ਕੇ ਹਿੰਦੁਸਤਾਨ ਤੱਕ ਉਹਦੀਆਂ ਬਹੁਤ ਲੰਬੀਆਂ ਚੌੜੀਆਂ ਸਰਹੱਦਾਂ ਸਨ। ਬਹੁਤ ਵੱਡੀ ਫੌਜ ਸੀ, ਹਾਥੀ ਘੋੜੇ, ਮੈਨ ਪਾਵਰ ਉਹਦੇ ਕੋਲ ਬਹੁਤ ਵੱਡੀ ਸੀ। ਇਸ ਕਰਕੇ ਉਹਨੂੰ ਕੋਈ ਦੁਨੀਆ ਦਾ ਡਰ ਨਹੀਂ ਸੀ। ਤੇ ਛੋਟੀ ਜਿਹੀ ਮਕਦੂਨੀਆ ਰਿਆਸਤ ਦਾ ਇੱਕ ਨੌਜਵਾਨ ਮੁੰਡਾ ਉਹਦਾ ਕੀ ਵਿਗਾੜ ਸਕਦਾ ਸੀ। ਇਸ ਕਰਕੇ ਯੂਨਾਨੀਆਂ ਦੀ ਮੰਗ ਕਰਨ ਤੇ ਦਾਰਾ ਨੇ ਆਪਦੀਆਂ ਫੌਜਾਂ ਵੀ ਦਿੱਤੀਆਂ, ਆਪਦੇ ਹਥਿਆਰ ਵੀ ਦਿੱਤੇ। ਲੇਕਿਨ ਸਿਕੰਦਰ ਦੀ ਪੇਸ਼ਕਦਮੀ ਕਰਕੇ, ਚਲਾਕੀ ਕਰਕੇ, ਹੁਸ਼ਿਆਰੀ ਕਰਕੇ ਯੂਨਾਨੀ ਹਾਰ ਗਏ। ਯੂਨਾਨ ਨੂੰ ਆਪਦੇ ਰਾਜ ਦਾ ਹਿੱਸਾ ਬਣਾ ਕੇ, ਯੂਨਾਨ ਨੂੰ ਆਪਦਾ ਸਿੰਘਾਸਨ ਬਣਾ ਕੇ ਉਸਨੇ ਅਗਲਾ ਰੁਖ ਈਰਾਨ ਤੇ ਕੀਤਾ। ਈਰਾਨ ਉੱਤੇ ਉਸਨੇ 2-3 ਵਾਰ ਹਮਲੇ ਕੀਤੇ। ਬਹੁਤ ਵੱਡਿਆਂ ਗਹਿਰਿਆਂ ਦਰਿਆਵਾਂ ਵਿੱਚੋਂ ਪਾਰ ਕਰਕੇ ਯੂਨਾਨ ਤੇ ਹਮਲਾਵਰ ਹੋਇਆ। ਯੂਨਾਨ ਦੇ ਕੋਲ ਲੱਖਾਂ ਤੋਂ ਵੱਧ ਫੌਜ ਸੀ। 35,000 ਸਿਪਾਹੀ ਨਾਲ ਲੈ ਕੇ 3 ਜੰਗਾਂ ਕਰਕੇ ਉਹਨੇ ਯੂਨਾਨ ਦੇ ਉੱਤੇ ਜਿੱਤ ਪ੍ਰਾਪਤ ਕੀਤੀ, ਜਿਸ ਵਿੱਚ ਯੂਨਾਨ ਦਾ ਇੱਕ ਬਹੁਤ ਮਜ਼ਬੂਤ ਬਾਦਸ਼ਾਹ ਦਾਰਾ ਬੁਰੀ ਤਰ੍ਹਾਂ ਹਾਰ ਕੇ ਨਸਿਆ। ਨਸ ਜਾਣ ਤੋਂ ਬਾਅਦ ਸਿਕੰਦਰ ਨੇ ਆਪਦੀ ਕੂਟਨੀਤੀ ਰਾਹੀਂ ਦਾਰੇ ਦੇ ਗਨਮੈਨਾਂ ਕੋਲੋਂ, ਉਸਦੇ ਅੰਗ ਰਕਸ਼ਕ ਕੋਲੋਂ ਉਹਨੂੰ ਮਰਵਾ ਦਿੱਤਾ, ਕਿਉਂਕਿ ਇਹ ਕਰਤੱਵ ਉਹਦੇ ਆਪ ਦੇ ਘਰ ਵਿੱਚ ਵਾਪਰਿਆ ਸੀ। ਔਰ ਸਿਕੰਦਰ ਨੂੰ ਇਹ ਸ਼ੱਕ ਸੀ ਕਿ ਮੇਰੇ ਬਾਪ ਦਾ ਕਤਲ ਕਰਾਉਣ ਵਿੱਚ ਦਾਰਾ ਦਾ ਯੋਗਦਾਨ ਹੈ। ਮੇਰੇ ਬਾਪ ਦੇ ਕਤਲ ਵਿੱਚ ਦਾਰਾ ਭਾਈਵਾਲ ਹੈ, ਕਿਉਂਕਿ ਦਾਰੇ ਨੂੰ ਫਿਲਫ ਦੇ ਕਾਤਲ ਫਿਲਫ ਦੇ ਆਪਦੇ ਅੰਗ ਰਕਸ਼ਕ ਹੀ ਸਨ। ਤੇ ਉਸੇ ਰਸਤੇ ਨੂੰ ਅਪਣਾ ਕੇ ਸਿਕੰਦਰ ਨੇ ਦਾਰਾ ਦਾ ਕਤਲ ਕਰਾਇਆ। 2-3 ਵਾਰੀ ਤਗੜੀਆਂ ਜੰਗਾਂ ਲੜ ਕੇ ਸਿਕੰਦਰ ਨੇ ਛੋਟੀ ਜਿਹੀ ਫੌਜੀ ਟੁਕੜੀ ਰਾਹੀਂ ਈਰਾਨ ਨੂੰ ਜਿੱਤਿਆ। ਈਰਾਨ ਜਿੱਤਣ ਤੋਂ ਬਾਅਦ ਇੱਕ ਬਹੁਤ ਵੱਡੀ ਫੌਜ ਦਾ ਉਹ ਮਾਲਕ ਬਣਿਆ, ਇੱਕ ਬਹੁਤ ਵੱਡੀ ਸੰਤਲਤ ਦਾ ਮਾਲਕ ਬਣਿਆ, ਜਿੱਥੇ ਬਹੁਤ ਵੱਡੇ ਹਥਿਆਰ, ਸ਼ਸਤਰ, ਪੈਸਾ, ਹੀਰੇ ਜਵਾਹਰਾਤ, ਬਹੁਤ ਕੁਛ ਉਸਨੂੰ ਪ੍ਰਾਪਤ ਹੋਇਆ। ਉਸਨੇ ਜਾ ਕੇ ਆਪਦੀ ਮਾਂ ਦੇ ਚਰਨਾਂ ਤੇ ਮੱਥਾ ਟੇਕਿਆ। ਉਹਨੇ ਕਿਹਾ, ਮੇਰੀ ਮਾਤਾ, ਇਹ ਤੇਰੇ ਪੁੱਤਰ ਦੇ ਆਲਮ ਫਤਿਹ ਹੋਣ ਦੀਆਂ ਪਹਿਲੀਆਂ ਤਿਆਰੀਆਂ ਨੇ। ਮਾਂ ਨੇ ਦੁਆਵਾਂ ਕੀਤੀਆਂ, ਬੜੀ ਖੁਸ਼ੀ ਮਨਾਈ ਗਈ, ਪੁੱਤਰ ਦਾ ਬੜਾ ਸਤਿਕਾਰ ਮਾਣ ਕੀਤਾ ਗਿਆ। ਉਸ ਤੋਂ ਬਾਅਦ ਅਗਲੀ ਚੜ੍ਹਾਈ ਉਸਨੇ ਮਿਸਰ ਤੇ ਕੀਤੀ।
ਮਿਸਰ ਵਾਲਿਆਂ ਨੇ ਬੜੀ ਤਗੜੀ ਜੰਗ ਲੜੀ, ਬਹੁਤ ਵੱਡੀ ਫੌਜ ਨਾਲ ਸਿਕੰਦਰ ਦਾ ਟਾਕਰਾ ਕੀਤਾ, ਲੇਕਿਨ ਬੁਰੀ ਤਰ੍ਹਾਂ ਹਾਰ ਗਏ। ਜਿਸ ਜਗ੍ਹਾ ਦੇ ਉੱਤੇ ਤਗੜੀ ਗਹਿ ਗੱਚ ਲੜਾਈ ਹੋਈ, ਉਸ ਜਗ੍ਹਾ ਦੇ ਉੱਤੇ ਸਿਕੰਦਰ ਨੇ ਆਪਦੇ ਨਾਂ ਦੇ ਉੱਤੇ ਸਿਕੰਦਰਾ ਨਾਂ ਦਾ ਸ਼ਹਿਰ ਵਸਾਇਆ। ਅੱਜ ਵੀ ਉਹ ਸ਼ਹਿਰ ਮੌਜੂਦ ਹੈ ਮਿਸਰ ਦੇ ਵਿੱਚ। ਸਿਕੰਦਰਾ ਉਹਨੇ ਆਪਦੇ ਨਾਂ ਤੇ ਬਣਾਇਆ। ਉਹਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਆਪਦੇ ਨਾਂ ਦੇ ਉੱਤੇ ਸ਼ਹਿਰ ਵਸਾਏ ਸਨ। ਮਿਸਰ ਨੂੰ ਜਿੱਤਣ ਤੋਂ ਬਾਅਦ ਵੱਡੀ ਹਕੂਮਤ ਉਸ ਵੇਲੇ ਤੁਰਕਿਸਤਾਨ ਸੀ। ਫਿਰ ਤੁਰਕਿਸਤਾਨ ਤੇ ਹਮਲਾ ਹੋਇਆ। ਤੁਰਕਿਸਤਾਨ ਨੂੰ ਜਿੱਤਣ ਤੋਂ ਬਾਅਦ ਅਫਗਾਨਿਸਤਾਨ ਤੋਂ ਬਾਅਦ ਸਿਕੰਦਰ ਭਾਰਤ ਵੱਲ ਪਹੁੰਚਿਆ। ਹਿੰਦੁਸਤਾਨ ਤੇ ਆ ਕੇ ਉਸਨੇ ਜਿਹੜਾ ਮੌਜੂਦਾ ਅੱਜ ਪਾਕਿਸਤਾਨ ਹੈ, ਇਹ ਭਾਰਤ ਦੇ ਹਿੱਸੇ ਦੇ ਉੱਤੇ ਸਿਕੰਦਰ ਹਮਲਾਵਰ ਹੋਇਆ। ਸਿੰਧ ਨਦੀ ਦੇ ਕੰਢੇ ਤੇ ਬੜਾ ਤਗੜਾ ਹੜ੍ਹ ਆਇਆ ਸੀ। ਹੜ੍ਹ ਦੀ ਉਡੀਕ ਵੀ ਕੀਤੀ ਗਈ। ਉਸ ਤੋਂ ਬਾਅਦ ਹੜ੍ਹ ਵਿੱਚੋਂ ਹੀ ਪਾਰ ਕਰਕੇ ਉਸਨੇ ਅੱਗੇ ਵੱਧ ਕੇ ਹਮਲਾ ਕੀਤਾ ਤੇ ਉਹਦਾ ਇੱਥੇ ਟਾਕਰਾ ਪ੍ਰਸਿੱਧ ਤੀਰਅੰਦਾਜ਼, ਤਲਵਾਰ ਦੇ ਧਨੀ ਤੇ ਚੰਗੀ ਜ਼ਮੀਰ ਤੇ ਬਲ ਦੇ ਮਾਲਕ ਰਾਜਾ ਪੋਰਸ ਨਾਲ ਹੋਇਆ। ਕਿਉਂਕਿ ਸਿਕੰਦਰ ਜਿਸ ਰਾਜ ਤੇ ਹਮਲਾ ਕਰਦਾ ਸੀ, ਉਸ ਰਾਜ ਦੇ ਬਾਰੇ ਪਹਿਲਾਂ ਹੀ ਉੱਥੋਂ ਦੀਆਂ ਰਿਪੋਰਟਾਂ ਮੰਗਵਾਇਆ ਕਰਦਾ ਸੀ। ਆਪਦੇ ਸੂਹੀਏ ਭੇਜ ਕੇ ਉਸ ਰਾਜ ਦੀ ਕਿੰਨੀ ਸ਼ਕਤੀ ਹੈ, ਉਹਦੇ ਕੋਲ ਫੌਜ ਕਿੰਨੀ, ਘੋੜਸਵਾਰ ਕਿੰਨੀ, ਪੈਦਲ, ਉਹਨਾਂ ਕੋਲ ਕੀ ਪਾਵਰ ਹੈ, ਰਾਜਾ ਕਿੰਨਾ ਕੁ ਦਲੇਰ ਹੈ, ਉਹਦੀਆਂ ਕਮਜ਼ੋਰੀਆਂ ਕੀ ਹਨ, ਉਹ ਸਾਰੀਆਂ ਰਿਪੋਰਟਾਂ ਉਹ ਪਹਿਲਾਂ ਮੰਗਵਾ ਲਿਆ ਕਰਦਾ ਸੀ। ਇਸੇ ਤਰ੍ਹਾਂ ਹੀ ਉਹ ਫਿਰ ਉਸ ਰਾਜੇ ਨੂੰ, ਉਸ ਬਾਦਸ਼ਾਹ ਨੂੰ ਇੱਕ ਸੁਲਹਨਾਮੇ ਦਾ ਪੱਤਰ ਭੇਜਦਾ ਸੀ ਕਿ ਜੇ ਤੂੰ ਮੇਰੀ ਅਧੀਨਗੀ ਪ੍ਰਵਾਨ ਕਰਨਾ ਹੈ ਤੇ ਕਤਲੋ ਗਾਰਤ ਤੋਂ ਬਚ ਸਕਣਾ ਹੈ, ਨਹੀਂ ਤਾਂ ਮੈਂ ਤੇਰੇ ਤੇ ਹਮਲਾਵਰ ਹੋਵਾਂਗਾ। ਨਾ ਤੂੰ ਬਚੇਗਾ ਨਾ ਤੇਰੇ ਫੌਜੀ ਬਚਣਗੇ, ਫਿਰ ਬਹੁਤ ਨੁਕਸਾਨ ਹੋਵੇਗਾ। ਤੇਰੀ ਰਿਆਸਤ ਦਾ, ਤੇਰੇ ਲੋਕਾਂ ਦਾ ਬਹੁਤ ਕਤਲੇਆਮ ਹੋਏਗਾ। ਅਸੀਂ ਤਾਂ ਘਰ ਤੋਂ ਬਾਹਰ ਹੀ ਆਏ ਹੋਏ ਹਾਂ, ਸਾਡਾ ਕੀ ਨੋ ਵਿਗੜੇਗਾ। ਤਾਂ ਬਹੁਤ ਸਾਰੀਆਂ ਰਿਆਸਤਾਂ ਨੇ, ਬਹੁਤ ਸਾਰਿਆਂ ਰਾਜਿਆਂ ਨੇ, ਬਹੁਤ ਸਾਰਿਆਂ ਦੇਸ਼ਾਂ ਨੇ ਜੋ ਸਿਕੰਦਰ ਨਾਲ ਟੱਕਰ ਲੈਣ ਯੋਗ ਨਹੀਂ ਸਨ, ਉਹਨਾਂ ਨੇ ਉਹਦੀ ਅਧੀਨਗੀ ਮੰਨ ਕੇ, ਉਹਨੂੰ ਬਾਦਸ਼ਾਹ ਮੰਨ ਕੇ ਪ੍ਰਵਾਨ ਹੋ ਗਏ ਤੇ ਉਹਦੇ ਕੋਲੋਂ ਨਾਮਤਰਿਕ ਬਾਦਸ਼ਾਹਤ ਰਹਿ ਕੇ ਉਹਦੇ ਮਤਹਿਤ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਦਾ ਹੀ ਇੱਕ ਪੱਤਰ ਉਸਨੇ ਪੋਰਸ ਨੂੰ ਭੇਜਿਆ। ਜਿਹੜੀ ਰਿਪੋਰਟ ਪੋਰਸ ਦੀ ਸਿਕੰਦਰ ਨੂੰ ਪ੍ਰਾਪਤ ਹੋਈ ਸੀ, ਉਹਦੇ ਵਿੱਚ ਉਸਨੂੰ ਪਤਾ ਲੱਗਾ ਸੀ ਕਿ ਪੋਰਸ ਬੜਾ ਬਹਾਦਰ ਬਾਦਸ਼ਾਹ ਹੈ, ਇਹ ਚੱਕਰ ਬਹੁਤ ਲਏਗਾ, ਇਹ ਜੰਗ ਦਾ ਧਨੀ ਹੈ, ਇਹ ਬੜਾ ਯੋਧਾ ਹੈ, ਇਹਦੇ ਕੋਲ ਬੜੀ ਡਿਸਿਪਲਿਨ ਫੌਜ ਹੈ, ਇਹਦੇ ਕੋਲ ਬੜੇ ਹਾਥੀ ਨੇ, ਇਹਦੇ ਕੋਲ ਬੜੇ ਘੋੜੇ ਨੇ, ਇਹਦੇ ਜਿਹੜੇ ਸਿਪਾਹੀ ਨੇ ਮਰ ਮਿਟਣ ਵਾਲੇ ਨੇ, ਬੜੀ ਜੰਗੀ ਤਾਕਤ ਹੈ, ਇਹਦੀ ਜਨਤਾ, ਇਹਦੀ ਪ੍ਰਜਾ ਇਹਦੇ ਨਾਲ ਹੈ, ਬੜਾ ਸਾਥ ਮਿਲਦਾ ਹੈ। ਇਹ ਸਾਰੀਆਂ ਚੀਜ਼ਾਂ ਸਿਕੰਦਰ ਦੇ ਉਲਟ ਜਾਂਦੀਆਂ ਸਨ। ਇਸ ਕਰਕੇ ਉਹਨੇ ਪੱਤਰ ਭੇਜਿਆ। ਉਹਦੇ ਜਵਾਬ ਵਿੱਚ ਪੋਰਸ ਨੇ ਕਿਹਾ, ਮੈਂ ਤੇਰੀ ਕਿਸੇ ਕਿਸਮ ਦੀ ਅਧੀਨਗੀ ਨੂੰ ਪ੍ਰਵਾਨ ਨਹੀਂ ਕਰਾਂਗਾ। ਮੈਂ ਤੇਰੇ ਨਾਲ ਮੈਦਾਨੇ ਜੰਗ ਵਿੱਚ ਲੜਾਂਗਾ, ਲੜ ਕੇ ਜਿੱਤਾਂਗਾ। ਜੇ ਹਾਰ ਜਾਵਾਂਗਾ ਤੇ ਉਸ ਤੋਂ ਬਾਅਦ ਜੋ ਤੇਰੇ ਕੋਲ ਹੋਏਗਾ ਤੂੰ ਕਰ ਸਕਣਾ ਹੈ, ਲੇਕਿਨ ਮੈਂ ਜਿਉਂਦੇ ਜੀ ਤੇਰੀ ਕਿਸੇ ਕਿਸਮ ਦੀ ਅਧੀਨਗੀ ਪ੍ਰਵਾਨ ਕਰਨ ਲਈ ਤਿਆਰ ਨਹੀਂ। ਇਹ ਮੇਰੇ ਅਸੂਲਾਂ ਦੇ ਖਿਲਾਫ ਹੈ, ਇਹ ਮੇਰੀ ਬਹਾਦਰੀ ਦੇ ਖਿਲਾਫ। ਸਿਕੰਦਰ ਨੂੰ ਬਹੁਤ ਔਖਾ ਲੱਗਾ। ਪਿਛਲੀਆਂ ਬਹੁਤ ਸਾਰਿਆਂ ਦੇਸ਼ਾਂ ਵਿੱਚ ਲੜ ਕੇ ਹੰਬ ਕੇ ਆਈ ਹੋਈ ਫੌਜ ਵੀ ਅਜੇ ਲੜਨਾ ਨਹੀਂ ਚਾਹੁੰਦੀ ਸੀ।
ਕਹਿੰਦੇ ਨੇ ਕਿ ਜਦੋਂ ਇਹ ਗੱਲ ਨਾ ਬਣੀ ਤੇ ਫਿਰ ਸਿਕੰਦਰ ਨੇ ਭੇਸ ਵਟਾ ਕੇ ਇੱਕ ਰਾਜਦੂਤ ਬਣ ਕੇ, ਸੁਲਾ ਨਾਮੇ ਦਾ ਰਾਜਦੂਤ ਬਣ ਕੇ ਪੋਰਸ ਦੇ ਦਰਬਾਰ ਵਿੱਚ ਪਹੁੰਚਿਆ। ਉਹਨੇ ਪੋਰਸ ਦੇ ਨਾਲ ਬਤੌਰ ਰਾਜਦੂਤ ਆਪਦੇ ਬਾਦਸ਼ਾਹ ਸਿਕੰਦਰ ਵੱਲੋਂ ਪੈਗਾਮ ਲੈ ਕੇ ਆਏ ਨੇ, ਉਹਦੇ ਨਾਲ ਗੱਲਬਾਤ ਕੀਤੀ। ਪੋਰਸ ਦੇ ਨਾਲ ਲੰਮੀ ਚੌੜੀ ਬਹਿਸ ਹੋਈ। ਬਹਿਸ ਤੋਂ ਬਾਅਦ ਜਦੋਂ ਉਹ ਰਾਜਦੂਤ ਵਾਪਸ ਜਾਣ ਲੱਗਾ, ਗੁੱਸੇ ਵਿੱਚ ਆਏ ਹੋਏ ਰਾਜਦੂਤ ਨੂੰ ਜਦੋਂ ਵੰਗਾਰਿਆ, ਉਹਨੇ ਕਿਹਾ ਕਿ ਸਿਕੰਦਰ ਦੇ ਇਸ ਮੈਦਾਨ ਵਿੱਚ ਟੁਕੜੇ ਕਰ ਦਿੱਤੇ ਜਾਣਗੇ। ਗੁੱਸੇ ਚ ਆਏ ਰਾਜਦੂਤ ਨੇ ਆਖਿਆ, ਪੋਰਸ, ਤੂੰ ਸਿਕੰਦਰ ਦੀ ਤਾਕਤ ਨੂੰ ਜਾਣਦਾ ਨਹੀਂ, ਤੈਨੂੰ ਵੇਖ ਲਾਂਗੇ ਮੈਦਾਨੀ ਜੰਗ ਵਿੱਚ। ਉਹਨੇ ਕਿਹਾ, ਰੁਕ ਜਾ। ਦਰਬਾਰੀਆਂ ਨੇ ਸਿਕੰਦਰ ਨੂੰ ਗ੍ਰਿਫਤਾਰ ਕਰ ਲਿਆ। ਪੋਰਸ ਨੇ ਆਖਿਆ, ਤੂੰ ਰਾਜਦੂਤ ਨਹੀਂ, ਬਜਾਤੇ ਖੁਦ ਸਿਕੰਦਰ ਹੈ। ਮੈਂ ਇੰਨੀ ਜ਼ਿੰਦਗੀ ਰਾਜ ਕੀਤਾ ਹੈ, ਮੈਂ ਰਾਜਪਾਲਾਂ ਨੂੰ ਮਿਲਦਾ ਰਿਹਾ, ਰਾਜਦੂਤ ਬਹੁਤ ਮੇਰੇ ਦਰਬਾਰ ਚ ਆਉਂਦੇ ਰਹੇ, ਮੇਰੇ ਰਾਜਦੂਤ ਵੀ ਮੇਰੇ ਪੈਗਾਮ ਲੈ ਕੇ ਦੂਜੀਆਂ ਰਿਆਸਤਾਂ ਚ ਜਾਂਦੇ ਰਹੇ, ਲੇਕਿਨ ਤੇਰੇ ਵਿੱਚ ਰਾਜਦੂਤ ਵਾਲੀ ਕੋਈ ਗੱਲਬਾਤ ਨਹੀਂ, ਤੂੰ ਖੁਦ ਸਿਕੰਦਰ ਹੈ। ਪਰ ਇੱਕ ਗੱਲ ਸੁਣ, ਇਹ ਭਾਰਤੀ ਰਾਜਪੂਤ ਦੀ ਅਣਖੋ ਗੈਰਤ ਦੀ ਗੱਲ ਏ। ਮੈਂ ਤੈਨੂੰ ਘਰ ਆਏ ਨੂੰ ਗ੍ਰਿਫਤਾਰ ਨਹੀਂ ਕਰਾਂਗਾ। ਮੇਰੇ ਸਿਪਾਹੀ ਤੈਨੂੰ ਹਿਫਾਜ਼ਤ ਨਾਲ ਤੇਰੇ ਫੌਜੀ ਦਸਤੇ ਤੱਕ, ਫੌਜੀ ਖੇਮੇ ਤੱਕ ਛੱਡ ਕੇ ਆਉਣਗੇ, ਤਾਂ ਕਿ ਰਸਤੇ ਵਿੱਚ ਵੀ ਤੇਰੇ ਨਾਲ ਕੋਈ ਤੇਰਾ ਨੁਕਸਾਨ ਨਾ ਕਰ ਦੇਵੇ। ਅਸੀਂ ਮੈਦਾਨੇ ਜੰਗ ਵਿੱਚ ਤੇਰੇ ਨਾਲ ਹੱਥੋਂ ਹੱਥੀ ਵੇਖਾਂਗੇ, ਜਾਂ ਜਿੱਤਾਂਗੇ ਜਾਂ ਹਾਰਾਂਗੇ, ਅਸੀਂ ਧੋਖੇਬਾਜ਼ ਨਹੀਂ। ਕਹਿੰਦੇ ਨੇ ਕਿ ਸਿਕੰਦਰ ਬੜਾ ਖੁਸ਼ ਹੋਇਆ। ਕਹਿਣ ਲੱਗਾ, ਰਾਜਾ ਪੋਰਸ, ਮੈਂ ਤੇਰੇ ਬਾਰੇ ਬਹੁਤ ਕੁਝ ਸੁਣਿਆ ਸੀ। ਅੱਜ ਤੇਰੇ ਨਾਲ ਗੱਲਬਾਤ ਕਰਕੇ, ਤੇਰੇ ਨਾਲ ਵਾਰਤਾਲਾਪ ਕਰਕੇ ਅੱਜ ਮੈਨੂੰ ਵੀ ਪਤਾ ਲੱਗਾ ਕਿ ਕਿਸੇ ਮਰਦ ਨਾਲ ਗੱਲ ਹੋਈ, ਔਰ ਤੇਰੀ ਬਹਾਦਰੀ ਤੋਂ ਵੀ ਮੈਂ ਕਾਇਲ ਹਾਂ। ਵਾਕਈ ਤੂੰ ਇੱਕ ਬਹਾਦਰ ਬਾਦਸ਼ਾਹ ਹੈ। ਕੱਲ ਸਵੇਰੇ ਲੜਾਈ ਹੋਵੇਗੀ। ਅਗਲੇ ਦਿਨ ਮੈਦਾਨ ਮੱਚਿਆ। ਦੋਵੇਂ ਧਿਰਾਂ ਫੌਜਾਂ ਆਮੋ ਸਾਹਮਣੇ ਹੋਈਆਂ। ਸਿਕੰਦਰ ਦੇ ਕੋਲ ਇੱਕ ਬਹੁਤ ਵੱਡਾ ਗੁਣ ਸੀ। ਉਹ ਜਦੋਂ ਮੈਦਾਨੀ ਜੰਗ ਵਿੱਚ ਖੜੋਂਦਾ ਸੀ, ਉਸ ਵੇਲੇ ਆਪਦੀ ਫੌਜ ਨੂੰ ਇੱਕ ਜਦੋਂ ਵੱਡੀ ਤਕਰੀਰ ਕਰਦਾ ਸੀ, ਉਹਨਾਂ ਦੇ ਵਿੱਚ ਇੱਕ ਤਗੜੀ ਜਾਨ ਭਰ ਦਿੰਦਾ ਸੀ, ਇੱਕ ਰੂਹ ਫੂਕ ਦਿੰਦਾ ਸੀ। ਦੂਸਰਾ, ਉਹਦਾ ਜੰਗੀ ਕਰਤੱਵ ਦਾ ਪਹਿਲਾ ਟਾਈਲ ਇਹ ਸੀ ਕਿ ਉਹ ਕਿਸੇ ਉੱਤੇ ਕਦੀ ਆਪ ਹਮਲਾ ਨਹੀਂ ਸੀ ਕਰਦਾ। ਉਹ ਉਡੀਕਦਾ ਸੀ ਕਿ ਅਗਲਾ ਬੰਦਾ ਅਗਲੇ ਵੱਡੇ ਪਾਸਿਓਂ ਹਮਲਾ ਹੋਵੇ। ਜਦੋਂ ਸਾਹਮਣੇ ਖੜੀ ਫੌਜ ਹਮਲਾ ਕਰੇਗੀ ਤੇ ਫਿਰ ਉਹ ਕਿਵੇਂ ਹਮਲਾ ਕਰਦੀ ਏ, ਉਸ ਹਮਲੇ ਨੂੰ ਫਿਰ ਕਿਵੇਂ ਮੋੜਿਆ ਜਾ ਸਕਦਾ ਹੈ, ਉਹਦੇ ਤੇ ਫਿਰ ਉਹ ਕੰਮ ਕਰਦਾ ਸੀ। ਜਦੋਂ ਅਸੀਂ ਕਿਸੇ ਬੰਦੇ ਦੇ ਨਾਲ ਲੜਦੇ ਹਾਂ ਨਾ, ਜੇ ਉਹ ਸਿਆਣਾ ਹੁੰਦਾ ਤੇ ਉਹ ਚੁੱਪ ਕਰ ਜਾਂਦਾ ਹੈ। ਜਦੋਂ ਅਸੀਂ ਉਹਨੂੰ ਕੋਈ ਲਫ਼ਜ਼ ਬੋਲਦੇ ਹਾਂ, ਫਿਰ ਉਹਦੇ ਜਵਾਬ ਵਿੱਚ ਉਹ ਉਸ ਤੋਂ ਵੱਡਾ ਲਫ਼ਜ਼ ਬੋਲ ਸਕਦਾ ਹੈ। ਤੇ ਜੇ ਅਸੀਂ ਪਹਿਲਾਂ ਬੋਲਾਂਗੇ ਤੇ ਉਹ ਫਿਰ ਕੀ ਬੋਲੇਗਾ? ਉਹ ਤਾਂ ਸਾਨੂੰ ਉਸ ਤੋਂ ਵੱਧ ਹੀ ਜਵਾਬ ਦੇਵੇਗਾ ਨਾ। ਬਸ ਇਸ ਤਰ੍ਹਾਂ ਦੀ ਕੋਈ ਗੱਲ ਸੀ। ਪੋਰਸ ਨੇ ਹਮਲਾ ਕੀਤਾ, ਬਹੁਤ ਤਗੜੀ ਸ਼ਾਮ ਤੱਕ ਲੜਾਈ ਹੋਈ। ਬਿਨਾਂ ਜਿੱਤ ਹਾਰ ਦੇ ਸੂਰਜ ਡੁੱਬਣ ਤੇ ਜੰਗ ਬੰਦ ਕਰ ਦਿੱਤੀ ਗਈ। ਉਹਨਾਂ ਜ਼ਮਾਨਿਆਂ ਦੇ ਕੁਛ ਅਸੂਲ ਸੀ ਕਿ ਸੂਰਜ ਚੜ੍ਹਦੇ ਤੇ ਲੜਾਈ ਸੂਰਜ ਨੂੰ ਮਿੱਥ ਕੇ ਸ਼ੁਰੂਆਤ ਹੁੰਦੀ ਸੀ, ਤੇ ਸੂਰਜ ਦੇ ਅਸਤ ਹੋਣ ਤੇ ਆਪਣੇ ਆਪ ਲੜਾਈ ਖਤਮ ਹੋ ਜਾਂਦੀ ਸੀ। ਦੋਵਾਂ ਪਾਸਿਆਂ ਦੇ ਚਿੱਟਾ ਝੰਡਾ ਲੈ ਕੇ ਆਉਣ ਵਾਲੇ ਜਵਾਨ ਆਪਦੀਆਂ ਲਾਸ਼ਾਂ ਲੱਭ ਕੇ ਇਕੱਠੀਆਂ ਕਰਕੇ ਲੈ ਜਾਂਦੇ ਸਨ। ਉਹਨਾਂ ਨੂੰ ਕੋਈ ਰੋਕਦਾ ਨਹੀਂ ਸੀ। ਦੂਸਰੇ ਦਿਨ ਫਿਰ ਲੜਾਈ ਹੋਈ। ਤੀਸਰੇ ਦਿਨ ਵੱਡੀ ਲੜਾਈ ਤੋਂ ਬਾਅਦ 2 ਹਿੱਸਿਆਂ ਵਿੱਚ ਜੰਗ ਹੋਈ ਤੇ ਪੋਰਸ ਦਾ ਇੱਕ ਨੌਜਵਾਨ ਪੁੱਤਰ ਉਸ ਜੰਗ ਵਿੱਚ ਮਾਰਿਆ ਗਿਆ।
ਸਿਕੰਦਰ ਨੇ ਉਸ ਪਾਸਿਓਂ ਦੀ ਵੱਧ ਕੇ ਪੋਰਸ ਨੂੰ ਘੇਰਿਆ। ਘੇਰਨ ਤੋਂ ਬਾਅਦ ਪੋਰਸ ਚਫੇਰੀ ਤੋਂ ਘੇਰਿਆ ਗਿਆ, ਪੋਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਕੇ ਸ਼ਾਮ ਤੱਕ ਪੋਰਸ ਨੂੰ ਬੰਦ ਰੱਖਿਆ। ਦਿਨ ਚੜ੍ਹਦੇ ਨੂੰ ਪੋਰਸ ਨੂੰ ਸਿਕੰਦਰ ਦੇ ਉਸ ਫੌਜੀ ਖੇਮੇ ਦੇ ਵਿੱਚ ਉਹਦੇ ਸਾਹਮਣੇ ਪੇਸ਼ ਕੀਤਾ ਗਿਆ। ਜਦੋਂ ਸੰਗਲ ਮਾਰਿਆ ਹੋਇਆ ਪੋਰਸ ਸਿਕੰਦਰ ਦੇ ਸਾਹਮਣੇ ਲਿਆਂਦਾ ਗਿਆ, ਸਿਕੰਦਰ ਨੇ ਕਿਹਾ, ਇਹਦੇ ਸਾਰੇ ਸੰਗਲ ਖੋਲ ਦਿਓ, ਇਹ ਇੱਕ ਮਰਦ ਹੈ, ਇਹ ਭੱਜੇਗਾ ਨਹੀਂ, ਕਿਤੇ ਜਾਏਗਾ ਨਹੀਂ। ਉਸਨੇ ਕਿਹਾ, ਪੋਰਸ ਤੂੰ ਗ੍ਰਿਫਤਾਰ ਹੈ, तेरा बेटा मारिया जा चुका है, तू अजे भी आत्म समर्पित करके आपदी जान बचा सकने, मैं तेरा राज अद्धा तेनों बख्श दियांगा, फिर तेरे ते हमला भी नहीं करांगा। तू ओदा पूरा जंग लड़के पूरा जोर अजमाइशी करके वेख लिया है, बहुत सारे कीमती नौजवान सिपाही मरवा के वेख लए ने, ਹੁਣ ਤੇਰੇ ਚੋਂ ਦਮ ਨਹੀਂ ਰਿਹਾ, ਤੇਰੀ ਫੌਜ ਕੋਲ ਮੇਰੀ ਫੌਜ ਦੇ ਨਾਲ ਟੱਕਰ ਲੈਣ ਦੀ ਜਾਨ ਨਹੀਂ ਰਹੀ। ਅਜੇ ਮੈਂ ਤੈਨੂੰ ਇੱਕ ਮੌਕਾ ਦਿੰਦਾ ਹਾਂ ਕਿ ਤੂੰ ਆਪਣਾ ਆਤਮ ਸਮਰਪਿਤ ਕਰਕੇ ਆਪਦੀ ਜਾਨ ਬਚਾ ਲੈ। ਪੌਰਸ ਨੇ ਕਿਹਾ, ਆਤਮ ਸਮਰਪਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਤੂੰ ਧੋਖੇ ਦੇ ਨਾਲ ਦੋ ਟੁਕੜੀਆਂ ਬਣਾ ਕੇ ਮੇਰੇ ਬੇਟੇ ਨੂੰ ਵੀ ਮਾਰਿਆ ਤੇ ਮੈਨੂੰ ਵੀ ਘੇਰਿਆ ਹੈ। ਮੈਂ ਇੱਕ ਮਰਦ ਹਾਂ, ਮੈਂ ਤੇਰੇ ਨਾਲ ਆਮੋ ਸਾਹਮਣੇ ਟੱਕਰ ਲਈ ਹੈ, ਤੂੰ ਮੇਰੇ ਨਾਲ ਆਮੋ ਸਾਹਮਣੇ ਅੱਜ ਵੀ ਟੱਕਰ ਲੈ, ਮੈਂ ਤੇਰੇ ਨਾਲ ਲੜਨ ਦੀ ਤਿਆਰ ਬੈਠਾ। ਮੈਂ ਯੁੱਧ ਨੀਤੀ ਨੂੰ ਸਾਹਮਣੇ ਟੱਕਰ ਦੇ ਕੇ ਮਰਦਾਂ ਵਾਂਗੂ ਲੜਨਾ ਜਾਣਦਾ ਹਾਂ। ਮੈਂ ਧੋਖੇਬਾਜ਼ੀ ਦੀ ਜੰਗ ਨਹੀਂ ਸਿੱਖਿਆ ਤੇ ਨਾ ਮੈਨੂੰ ਆਉਂਦੀ ਹੈ, ਨਾ ਮੇਰੇ ਸਿਪਾਹੀਆਂ ਨੂੰ ਆਉਂਦੀ। ਤੂੰ ਜਿਸ ਤਰ੍ਹਾਂ ਵੀ ਕੀਤਾ ਧੋਖੇ ਨਾਲ ਮੈਨੂੰ ਗ੍ਰਿਫਤਾਰ ਕਰ ਲਿਆ ਹੈ, ਤੂੰ ਜੋ ਚਾਹੇ ਮੇਰੇ ਨਾਲ ਉਹੀ ਸਲੂਕ ਕਰ ਸਕਦਾ ਹੈ। ਪਰ ਮਰਦਾਂ ਦੀ ਦੁਨੀਆ ਵਿੱਚ ਆਏ ਤੇ ਇੱਕ ਰਾਜਾ ਜੋ ਦੂਸਰੇ ਰਾਜੇ ਨਾਲ ਵਿਹਾਰ ਕਰਦਾ ਹੈ, ਉਹ ਤੂੰ ਮੇਰੇ ਨਾਲ ਕਰ ਸਕਦਾ ਹੈ। ਪਰ ਇੱਕ ਗੱਲ ਯਾਦ ਰੱਖੀ, ਮੈਨੂੰ ਭਾਵੇਂ ਕਤਲ ਕਰ ਦਿੱਤਾ ਜਾਏ, ਜੋ ਅਕਸਰ ਹੁੰਦਾ ਹੈ, ਮੇਰੇ ਕਤਲ ਹੋ ਜਾਣ ਤੋਂ ਬਾਅਦ ਵੀ ਮੇਰੇ ਸਿਪਾਹੀ ਘਰ ਨਹੀਂ ਪਰਤਣਗੇ। ਮੇਰੇ ਦੇਸ਼ ਦਾ ਇੱਕ ਇੱਕ ਸਿਪਾਹੀ ਇਸ ਮੈਦਾਨੀ ਜੰਗ ਵਿੱਚ ਮਰ ਮਿਟੇਗਾ, ਉਹ ਵਾਪਸ ਨਹੀਂ ਜਾਏਗਾ। ਮੇਰੇ ਜਿੰਨੇ ਚਿਰ ਸਾਰੇ ਸਿਪਾਹੀ ਇੱਕ ਇੱਕ ਸਿਪਾਹੀ ਨੇ ਵੀ ਸ਼ਹਾਦਤ ਦਾ ਜਾਮ ਨਾ ਪੀਤਾ, ਉਹਨਾਂ ਚਿਰ ਤੱਕ ਤੂੰ ਮੇਰੇ ਦੇਸ਼ ਵਿੱਚ ਪੜ ਨਹੀਂ ਸਕੇਗਾ। ਇਹ ਇਕੱਲੇ ਪੋਰਸ ਦੀ ਗੱਲ ਨਹੀਂ, ਇੱਕ ਇੱਕ ਮੇਰਾ ਸਿਪਾਹੀ ਮੇਰੇ ਵਰਗਾ ਜਾਂਬਾਜ਼ ਹੈ, ਸਿਪਾਹੀ ਹੈ, ਉਹਨਾਂ ਦੇ ਸਿਰ ਤੇ ਮੈਂ। ਇਹ ਉਹ ਹੋਰ ਫੌਜੀ ਹੁੰਦੇ ਨੇ ਜੋ ਕਮਾਂਡਰ ਦੇ ਮਰ ਜਾਣ ਤੋਂ ਬਾਅਦ ਸਿਰ ਤੇ ਪੈਰ ਰੱਖ ਕੇ ਭੱਜ ਜਾਂਦੇ ਨੇ। ਮੇਰਾ ਇੱਕ ਇੱਕ ਸਿਪਾਹੀ ਤੇਰਾ ਮੁਕਾਬਲਾ ਕਰੇਗਾ ਤੇ ਸਿਪਾਹੀਆਂ ਤੇ ਦੂਰ ਦੀ ਗੱਲ, ਮੇਰੇ ਦੇਸ਼ ਦੇ ਵਾਸੀ, ਮੇਰੇ ਦੇਸ਼ ਦੇ ਬੱਚੇ, ਮੇਰੇ ਦੇਸ਼ ਦੀਆਂ ਮੇਰੀਆਂ ਮਾਤਾਵਾਂ ਭੈਣਾਂ, ਉਹਨਾਂ ਕੋਲ ਜੋ ਵੀ ਸ਼ਸਤਰ ਹੋਣਗੇ, ਉਹ ਆਖਰੀ ਸਵਾਸ ਤੱਕ ਤੇਰੇ ਨਾਲ ਲੜਦੇ ਰਹਿਣਗੇ। ਕਹਿੰਦੇ ਨੇ ਕਿ ਸਿਕੰਦਰ ਨੇ ਤਾੜੀ ਮਾਰੀ। ਕਹਿਣ ਲੱਗਾ, ਪੋਰਸ ਬਾਕੀ ਦੇ ਹਿੰਦੁਸਤਾਨ ਦਾ ਤਾਂ ਮੈਨੂੰ ਪਤਾ ਨਹੀਂ, ਮੈਂ ਦੁਨੀਆ ਨੂੰ ਜਿੱਤਣਾ ਹੈ। ਮੇਰੀ ਦਿਲੀ ਖੁਆਇਸ਼ ਸੀ ਕਿ ਮੈਂ ਹਿੰਦੁਸਤਾਨ ਨੂੰ ਜਿੱਤ ਕੇ ਹਿੰਦੁਸਤਾਨ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜੋ ਵੇਖਣ ਵਾਲੀਆਂ ਨੇ ਉਹ ਵੇਖਣੀਆਂ ਚਾਹੁੰਦਾ। ਅੱਜ ਤੇਰੀ ਬਹਾਦਰੀ ਹੈ, ਮੈਂ ਤੇਰੇ ਵੱਲ ਦੋਸਤੀ ਦਾ ਹੱਥ ਵਟਾਉਂਦਾ ਹਾਂ। ਮੇਰੇ ਖਿਆਲਾਂ ਦੇ ਮੁਤਾਬਕ ਮੈਂ ਤੈਨੂੰ ਕੈਦ ਕਰ ਲਿਆ, ਤੇਰਾ ਰਾਜ ਮੇਰੇ ਹੱਥ ਵਿੱਚ ਆ ਚੁੱਕਾ ਹੈ। ਮੈਂ ਤੇਰੇ ਅੱਗੇ ਦੋਸਤੀ ਦਾ ਹੱਥ ਵਟਾਉਣਾ, ਤੂੰ ਮੇਰਾ ਦੋਸਤ ਬਣ। ਅੱਗੇ ਤੋਂ ਮੈਂ ਇੱਕ ਵਾਰੀ ਵਾਪਸ ਪਰਤਾਂਗਾ, ਜਦੋਂ ਫਿਰ ਦੁਬਾਰਾ ਭਾਰਤ ਤੇ ਹਮਲਾ ਕਰਾਂਗਾ, ਉਸ ਵੇਲੇ ਤੂੰ ਮੇਰੇ ਨਾਲ ਮੇਰਾ ਸਾਥ ਦੇਵੇਂਗਾ। ਪੋਰਸ ਨੇ ਜਵਾਬ ਦਿੱਤਾ, ਸਿਕੰਦਰ, ਇਹ ਪੋਰਸ ਭਾਰਤ ਦਾ ਇੱਕ ਹਿੱਸਾ ਹੈ,
ਮੈਂ ਗਦਾਰ ਨਹੀਂ। ਇਹ ਕਦੇ ਵੀ ਨਾ ਸੋਚੀ ਕਿ ਮੈਂ ਤੇਰਾ ਦੋਸਤ ਬਣ ਕੇ ਮੈਂ ਉਹਦੇ ਭਾਰਤ ਦੇ ਲਈ ਗਦਾਰੀ ਕਰਾਂਗਾ। ਤੂੰ ਵੀ ਇੱਕ ਜਵਾਨ ਮਰਦ ਹੈ। ਮੈਂ ਤੇਰੀ ਦੋਸਤੀ ਨੂੰ ਤਾਂ ਪ੍ਰਵਾਨ ਕਰ ਸਕਦਾ ਹਾਂ, ਪਰ ਮੈਂ ਆਪਣੇ ਆਪ ਨੂੰ ਇੱਕ ਗਦਾਰ ਬਣਾ ਕੇ ਤੇਰੇ ਲਸ਼ਕਰ ਦੇ ਅੱਗੇ ਲੱਗ ਕੇ ਆਪਦੇ ਭਾਰਤ ਉੱਤੇ ਤੇਰੇ ਕੋਲੋਂ ਹਮਲਾ ਕਰਾਉਣ ਦੀ ਅੱਗੇ ਨਹੀਂ ਚੱਲਾਂਗਾ। ਜਦੋਂ ਵੀ ਤੂੰ ਭਾਰਤ ਉੱਤੇ ਹਮਲਾ ਕਰੇਗਾ, ਜੇ ਇਸੇ ਰਸਤੇ ਆਏਗਾ ਤੇ ਤੈਨੂੰ ਹਰ ਵਾਰ ਇਸ ਪੋਰਸ ਨਾਲ ਟੱਕਰ ਲੈਣੀ ਪਏਗੀ। ਪੋਰਸ ਦੇ ਮਰ ਜਾਣ ਤੋਂ ਬਾਅਦ ਇਹ ਰਸਤਾ ਖੁੱਲੇਗਾ, ਫਿਰ ਤੂੰ ਭਾਰਤ ਵਿੱਚ ਅੰਦਰ ਜਾ ਸਕੇਗਾ। ਮੇਰੇ ਜਿਉਂਦੇ ਜੀ ਤੂੰ ਭਾਰਤ ਵੱਲ ਨਹੀਂ ਜਾ ਸਕੇ। ਕਹਿੰਦਾ ਕਮਾਲ ਹੋ ਗਈ, ਕਮਾਲ ਹੈ। ਇਸ ਤਰ੍ਹਾਂ ਦੇ ਮਰਦ ਸ਼ਾਇਦ ਦੁਨੀਆ 'ਚ ਕੋਈ ਹੋਰ ਹੋਣ। ਇਹ ਕਹਿ ਕੇ ਖੁਸ਼ੀ ਵਿੱਚ ਉਸਨੇ ਪੋਰਸ ਨੂੰ ਆਜ਼ਾਦ ਕੀਤਾ ਤੇ ਬਹੁਤ ਸਾਰਾ ਪਿੱਛੋਂ ਜਿਹੜਾ ਧਨ ਲੁੱਟ ਕੇ ਲਿਆਂਦਾ ਸੀ ਉਹਦੇ ਵਿੱਚੋਂ ਕੁਛ ਕੀਮਤੀ ਤੋਹਫੇ ਆਪਦੇ ਵੱਲੋਂ ਪੋਰਸ ਨੂੰ ਦਿੱਤੇ ਗਏ ਤੇ ਪੋਰਸ ਨੂੰ ਰਾਜ ਸਿੰਘਾਸਨ ਤੇ ਛੱਡਣ ਲਈ ਸਿਕੰਦਰ ਦਾ ਇੱਕ ਫੌਜੀ ਦਸਤਾ ਵੀ ਆਇਆ। ਉਸ ਤੋਂ ਬਾਅਦ ਅਗਲੇ ਦਿਨ ਪੋਰਸ ਨੇ ਦੁਬਾਰਾ ਸਿਕੰਦਰ ਨੂੰ ਆਪਦੇ ਮਹਿਲ ਵਿੱਚ ਸੱਦ ਕੇ ਉਸਦਾ ਇੱਜ਼ਤ ਮਾਣ ਵੀ ਕੀਤਾ ਔਰ ਦੋਸਤ ਵੀ ਬਣੇ। ਇਸ ਜੰਗ ਵਿੱਚ ਨਾ ਪੋਰਸ ਹਾਰਿਆ ਤੇ ਨਾ ਸਿਕੰਦਰ ਜਿੱਤਿਆ। ਜੰਗ ਬਹੁਤ ਵੱਡੀ ਹੋ ਗਈ, ਬਹੁਤ ਬੜੇ ਜਵਾਨ ਮਾਰੇ ਗਏ ਦੋ ਪਾਸਿਓਂ ਦੇ, ਲੇਕਿਨ ਇਸ ਜੰਗ ਵਿੱਚ ਸਿਕੰਦਰ ਦੇ ਇੰਨੇ ਕੁ ਦੰਦ ਖੱਟੇ ਹੋਏ, ਉਹਨੇ ਇੱਕ ਵਾਰੀ ਵਾਪਸ ਮਕਦੂਨੀਆ ਪਹੁੰਚਣ ਦਾ ਇਰਾਦਾ ਬਣਾ ਲਿਆ। ਇੱਥੇ ਹੀ ਉਹਨੂੰ ਇੱਕ ਖਬਰ ਮਿਲੀ ਕਿ ਉਸੇ ਯੂਨਾਨ ਉੱਤੇ ਕਿਸੇ ਹੋਰ ਪਾਸਿਓਂ ਹਮਲਾ ਹੋਣ ਦਾ ਵੀ ਖਤਰਾ ਹੈ। ਉਸਨੇ ਫੌਜ ਨੂੰ ਕੂਚ ਕਰਨ ਲਈ ਕਹਿਤਾ। ਜਦੋਂ ਫੌਜਾਂ ਲੈ ਕੇ ਵਾਪਸ ਜਾ ਰਿਹਾ ਸੀ, ਜਿਹੜਾ ਦਰਿਆ ਭਰ ਕੇ ਸਿੰਧ ਦਰਿਆ ਪਾਰ ਕਰਕੇ ਵਾਪਸ ਆਇਆ ਸੀ, ਉਸ ਸਿੰਧ ਦਰਿਆ ਦੇ ਕਿਨਾਰੇ ਤੇ ਪਰਲੇ ਪਾਸੇ ਇੱਕ ਸਾਧੂ, ਇੱਕ ਫਕੀਰ ਇਸ਼ਨਾਨ ਕਰ ਰਿਹਾ ਸੀ। ਕੁਦਰਤੀ ਸਿਕੰਦਰ ਉਹਨੇ ਉਤਰ ਕੇ ਉੱਥੋਂ ਪਾਣੀ ਪੀਣਾ ਚਾਹਿਆ। ਸਾਹਮਣੇ ਸਾਧੂ ਤੇ ਨਜ਼ਰ ਪਈ। ਸਿਕੰਦਰ ਨੇ ਆਪਦੇ ਸਲਾਹਕਾਰ ਨੂੰ ਪੁੱਛਿਆ ਵੀ ਇਹ ਕੀ ਨੇ। ਉਸਨੇ ਦੱਸਿਆ ਕਿ ਇਹ ਇਸ ਭਾਰਤ ਦੇਸ਼ ਦੇ ਸਾਧੂ ਨੇ, ਫਕੀਰ ਨੇ। ਇਹ ਰੱਬ ਦੀ ਆਰਾਧਨਾ ਕਰਦੇ ਨੇ। ਇਹਨਾਂ ਦਾ ਦੁਨੀਆਦਾਰੀ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਹ ਉਸ ਰੱਬ ਦੀ ਪੂਜਾ ਕਰਦੇ ਨੇ, ਫਕੀਰ ਹੁੰਦੇ ਨੇ, ਰੱਬ ਦੇ ਬੜਾ ਨੇੜੇ ਹੁੰਦੇ ਨੇ। ਸਿਕੰਦਰ ਦੇ ਦਿਲ 'ਚ ਲਾਲਸਾ ਜਾਗੀ। ਉਹਨੇ ਕਿਹਾ ਆਪਾਂ ਵੀ ਗੱਲ ਕਰਕੇ ਵੇਖਣੀ, ਸੱਚੀਆਂ ਗੱਲਾਂ ਕੀ ਕਰਦੇ ਨੇ। ਸਿਕੰਦਰ ਨੇ ਉਸ ਸਾਧੂ ਨਾਲ, ਉਸ ਫਕੀਰ ਦੇ ਨਾਲ ਜਾ ਕੇ ਗੱਲਬਾਤ ਸ਼ੁਰੂ ਕੀਤੀ। ਇੱਥੇ ਵੱਖ-ਵੱਖ ਇਤਿਹਾਸਕਾਰਾਂ ਦੇ ਵੱਖ-ਵੱਖ ਵਿਚਾਰ ਨੇ ਕਿ ਸਿਕੰਦਰ ਨੇ ਉਸ ਸਾਧੂ ਨੂੰ 7 ਸਵਾਲ ਕੀਤੇ, ਕਿਸੇ ਨੇ ਲਿਖਿਆ 10 ਸਵਾਲ ਕੀਤੇ, ਕਿਸੇ ਨੇ ਲਿਖਿਆ 5 ਸਵਾਲ ਕੀਤੇ, ਕਿਸੇ ਨੇ ਲਿਖਿਆ 2 ਸਵਾਲ ਕੀਤੇ। ਤੇ ਸਵਾਲਾਂ ਦੇ ਨਾਲ ਇਹ ਸ਼ਕਤੀ ਸੀ ਕਿ ਜੇ ਤੂੰ ਇੱਕ ਸਵਾਲ ਦਾ ਵੀ ਜਵਾਬ ਨਾ ਦਿੱਤਾ ਤੇ ਤੇਰਾ ਸਿਰ ਕਲਮ ਕਰ ਦਿੱਤਾ ਜਾਏਗਾ। ਤੇ ਡਰਦੇ ਹੋਏ ਸਾਧੂ ਨੇ ਜਵਾਬ ਦਿੱਤੇ ਸੀ। ਲੇਕਿਨ ਮੈਂ ਇਸ ਗੱਲ ਵਿੱਚ ਨਹੀਂ ਪੈਣਾ ਚਾਹੁੰਦਾ, ਕਿਉਂਕਿ ਵੱਖ-ਵੱਖ ਇਤਿਹਾਸਕਾਰਾਂ ਦੇ ਵੱਖ-ਵੱਖ ਸਵਾਲ ਨੇ। ਇੱਕ ਜਿਹੜੀ ਪਤੇ ਦੀ ਗੱਲ ਉਸ ਸਾਧੂ ਨੇ ਕਹੀ, ਉਹ ਅੱਜ ਮੈਂ ਤੁਹਾਡੀ ਨਜ਼ਰ ਜ਼ਰੂਰ ਰੱਖਾਂਗਾ। ਸਾਧੂ ਨੇ ਆਖਿਆ, ਸਿਕੰਦਰ, ਇੱਥੇ ਕਾਹਦੇ ਲਈ ਆਏ? ਕਹਿੰਦਾ ਜੀ ਮੈਂ ਪੂਰੀ ਦੁਨੀਆ ਜਿੱਤਣੀ। ਕਹਿੰਦਾ ਕਾਹਦੇ ਵਾਸਤੇ? ਕਹਿੰਦਾ ਕਿ ਮੇਰੀ ਮਾਂ ਦਾ ਇੱਕ ਸੁਪਨਾ ਸੀ ਕਿ ਮੈਂ ਪੂਰੀ ਦੁਨੀਆ ਦਾ ਜੇਤੂ ਬਣਾ, ਮੈਂ ਆਲਮ ਫਤਿਹ ਬਣਾ। ਇਸ ਕਰਕੇ ਮੈਂ ਪੂਰੀ ਦੁਨੀਆ ਜਿੱਤ ਕੇ ਆਪਣੀ ਮਾਂ ਨੂੰ ਵਿਖਾਉਣੀ ਹੈ। ਉਹ ਕਹਿੰਦਾ ਵੀ ਜਦੋਂ ਪੂਰੀ ਦੁਨੀਆ, ਇਸ ਤੋਂ ਬਾਅਦ ਕਹਿੰਦਾ ਭਾਰਤ ਜਿੱਤਾਂਗਾ, ਉਸ ਤੋਂ ਬਾਅਦ ਫਲਾਨਾ ਜਿੱਤਾਂਗਾ, ਉਸ ਤੋਂ ਬਾਅਦ ਦੂਸਰਾ ਜਿੱਤਾਂਗਾ।
ਉਹਨੇ ਕਿਹਾ ਫੇਰ ਕਰਦਿਆਂ ਕਹਿੰਦਾ ਫਿਰ ਜਦੋਂ ਸਾਰੀ ਦੁਨੀਆ ਜਿੱਤ ਲਏਗਾ ਫੇਰ ਕੀ ਕਰੇਗਾ? ਕਹਿੰਦਾ ਕਿ ਫਿਰ ਜਾ ਕੇ ਆਰਾਮ ਨਾਲ ਆਪਦੇ ਰਾਜ ਸਿੰਘਾਸਨ ਤੇ ਬਹਿ ਕੇ ਆਰਾਮ ਕਰਾਂਗਾ। ਉਸ ਸਾਧੂ ਨੇ ਆਖਿਆ, ਸਿਕੰਦਰ, ਨਾ ਤਾਂ ਧਨ ਦੌਲਤ ਦੀ ਤੇਰੇ ਕੋ ਕਮੀ ਹੈ, ਨਾ ਐਸੋ ਇਸ਼ਰਤ ਦੀ ਕਮੀ ਹੈ। ਲਗਭਗ ਅੱਧੀ ਦੁਨੀਆ ਤੋਂ ਵੱਧ ਤੂੰ ਦੁਨੀਆ ਨੂੰ ਜਿੱਤ ਚੁੱਕਿਆ ਹੈ, ਤੇ ਇਸ ਤੋਂ ਬਾਕੀ ਰਹਿੰਦੀ ਦੁਨੀਆ ਨੂੰ ਜਿੱਤ ਕੇ ਤੇ ਫਿਰ ਤੂੰ ਕਹਿਣਾ ਪਿਆ ਕਿ ਮੈਂ ਆਰਾਮ ਨਾਲ ਆਪਦੇ ਰਾਜ ਸਿੰਘਾਸਨ ਤੇ ਬਵਾਂਗਾ। ਤੈਨੂੰ ਪਤਾ ਹੈ ਕਿ ਪਿਛਲੀ ਦੁਨੀਆ ਜਿੱਤਣ ਵਾਸਤੇ ਕਿਤਨਾ ਕਤਲੋ ਗਾਰਦ ਹੋਇਆ, ਕਿੰਨੇ ਲੋਕਾਂ ਦੀ ਜਾਨ ਅਜ਼ਾਇਆ ਗਈ ਹੈ, ਕਿੰਨਾ ਖੂਨ ਧਰਤੀ ਤੇ ਡੁੱਲਿਆ ਹੈ। ਕੀ ਇਹ ਡੁੱਲਣਾ ਚਾਹੀਦਾ ਹੈ? ਕਹਿੰਦਾ ਨਹੀਂ। ਕਹਿੰਦਾ ਫਿਰ ਇਸ ਤੋਂ ਬਾਅਦ ਵਾਲੀ ਦੁਨੀਆ ਨੂੰ ਜਿਹੜਾ ਜਿੱਤਣਾ ਹੀ, ਉਹ ਕਿਤੇ ਆਪਣੇ ਆਪ ਤਾਂ ਨਹੀਂ ਜਿੱਤੀ ਜਾਣੀ। ਇੰਨਾ ਕਤਲੋ ਗਾਦਰ, ਇੰਨਾ ਕਤਲੋ ਖੂਨ, ਇੰਨੀ ਦੁਨੀਆ ਦੀ ਤਬਾਹੀ ਮਚਾ ਕੇ ਭੈਣਾਂ ਦੇ ਭਰਾ, ਔਰਤਾਂ ਦੇ ਪਤੀ, ਮਾਵਾਂ ਦੇ ਪੁੱਤ ਕਿੰਨੇ ਮਾਰੇ ਜਾਣਗੇ, ਕਿੰਨੇ ਤੇਰੇ ਫੌਜੀ ਮਾਰੇ ਜਾਣਗੇ, ਕਿੰਨੇ ਪਸ਼ੂ ਜਾਨਵਰ ਹਾਥੀ ਘੋੜੇ ਮਾਰੇ ਜਾਣਗੇ। ਇੰਨੇ ਕਤਲੋ ਗਾਰਤ ਤੋਂ ਬਾਅਦ ਦੁਨੀਆ ਜਿੱਤ ਕੇ ਤੇ ਫਿਰ ਤੂੰ ਕਰਨਾ ਕੀ ਹੈ? ਆਪਦੇ ਉਸ ਰਾਜ ਸਿੰਘਾਸਨ ਤੇ ਰਾਮ ਨਾਲ ਬਹਿਣਾ ਹੈ। ਤੇ ਜੇ ਤੂੰ ਹੁਣ ਜਾ ਕੇ ਆਰਾਮ ਨਾਲ ਬਹਿ ਜਾਏਗਾ ਤੇ ਤਾਂ ਕੀ ਘਟ ਜਾਏਗਾ? ਮੇਰੀ ਸਲਾਹ ਹੈ ਕਿ ਤੂੰ ਅਗਾਂਹ ਤੂੰ ਲੜਨਾ ਛੱਡ ਦੇ, ਅਗਾਂਹ ਜਿੱਤਾਂ ਛੱਡ ਦੇ। ਇਸ ਚੀਜ਼ ਦੀ ਸਲਾਹ ਆਪਦੀ ਮਾਂ ਕੋਲੋਂ ਵੀ ਲੈ ਲਈ। ਤੂੰ ਸਮਝ ਲੈ ਕਿ ਤੂੰ ਪੂਰੀ ਦੁਨੀਆ ਨੂੰ ਜਿੱਤ ਲਿਆ, ਤੂੰ ਆਲਮ ਫਤਹ ਹੋ ਗਿਆ ਹੈ। ਅਗਾਂਹ ਉਸ ਰੱਬ ਦੀਆਂ ਭੇਜੀਆਂ ਹੋਈਆਂ ਜੀਵਾਂ ਦਾ ਕਤਲ ਨਾ ਕਰ, ਏਡਾ ਗੁਨਾਹਗਰ ਨਾ ਬਣ ਤਾਂ ਕਿ ਜਦੋਂ ਤੂੰ ਉਸ ਰੱਬ ਦੀ ਬਾਰਗਾਹ 'ਚ ਜਾਏ ਤੂੰ ਉਹਨੂੰ ਜਵਾਬ ਦੇਣ ਯੋਗ ਨਾ ਰਹੇ। ਕਹਿੰਦਾ ਉੱਥੇ ਜਵਾਬ ਵੀ ਦੇਣਾ, ਕਹਿੰਦਾ ਕਿ ਇੱਕ ਇੱਕ ਚੀਜ਼ ਦਾ ਹਿਸਾਬ ਉਸ ਰੱਬ ਨੂੰ ਦੇਣਾ ਪੈਂਦਾ ਹੈ, ਇਸ ਕਰਕੇ ਤੂੰ ਨਾ ਕਰ। ਖੈਰ, ਇਹ ਗੱਲ ਉਹਦੇ ਦਿਲ ਤੇ ਵੱਜੀ। ਜਿਵੇਂ ਕਿਤੇ ਪਹਿਲਾਂ ਮਾਂ ਦੇ ਥੱਪੜਾਂ ਨੇ ਉਹਦੀ ਜ਼ਿੰਦਗੀ ਬਦਲ ਦਿੱਤੀ ਸੀ, ਉਸਨੇ ਨਸ਼ੇ ਦਾ ਤਿਆਗ ਕਰ ਦਿੱਤਾ ਸੀ, ਉਸਨੇ ਸ਼ਰਾਬ ਦਾ ਤਿਆਗ ਕਰ ਦਿੱਤਾ ਸੀ, ਉਹ ਦੁਨੀਆ ਨੂੰ ਜਿੱਤਣ ਤੁਰ ਪਿਆ ਸੀ। ਉਸੇ ਤਰ੍ਹਾਂ ਅੱਜ ਉਸ ਸਾਧੂ ਦੇ, ਉਸ ਸੰਤ ਦੇ, ਉਸ ਫਕੀਰ ਦੇ, ਉਸ ਅੱਲਾ ਦੇ ਪਿਆਰੇ ਦੇ ਬੋਲੇ ਹੋਏ ਬੋਲ ਸਿਕੰਦਰ ਦੇ ਦਿਲ ਨੂੰ ਟੁੰਬ ਗਏ ਤੇ ਉਹਨੇ ਵੀ ਅੱਗੇ ਤੋਂ ਲੜਨਾ ਜਾਂ ਨਹੀਂ ਲੜਨਾ ਇਹਦਾ ਫੈਸਲਾ ਆਪਦੀ ਮਾਂ ਦੇ ਜੁਮੇ ਤੇ ਛੱਡ ਕੇ ਆਪਦੇ ਵਤਨ ਵਾਪਸ ਪਰਤਣ ਦੇ ਲਈ ਤਿਆਰੀ ਕਰ ਲਈ। ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਸਿਕੰਦਰ ਸ਼ਰਾਬ ਦਾ ਆਦੀ ਸੀ। ਸਿਕੰਦਰ ਨੂੰ ਸ਼ਰਾਬ ਵਿੱਚ ਜ਼ਹਿਰ ਮਿਲਾ ਕੇ ਪਿਆਈ ਗਈ ਸੀ ਜਦੋਂ ਉਹ ਮਰਿਆ ਸੀ, ਜਾਂ ਉਹ ਬਹੁਤ ਨਸ਼ਈ ਸੀ ਜਾਂ ਕੁਛ ਸੀ। ਲੇਕਿਨ ਇਤਿਹਾਸਿਕ ਖੋਜ ਦੇ ਮੁਤਾਬਕ, ਇਤਿਹਾਸਿਕ ਪੜਚੋਲ ਦੇ ਮੁਤਾਬਕ, ਉਹਦੀ ਮਾਂ ਨਾਲ ਕੀਤੇ ਹੋਏ ਉਹਦੀ ਇਕਰਾਰ ਦੇ ਤੋਂ ਮੁਤਾਬਕ ਸ਼ਰਾਬ ਤੋਂ ਤੇ ਨਸ਼ੇ ਤੋਂ ਹੀ ਤਾਂ ਉਹਦੀ ਗੱਲ ਬੇਨੀ ਸੀ। ਤੇ ਉਹ ਠੀਕ ਹੈ ਕਿ ਉਸਨੇ ਮਾਂ ਨੂੰ ਇਕਰਾਰ ਕੀਤਾ ਸੀ ਕਿ ਜਿੰਨਾ ਚਿਰ ਮੈਂ ਆਲਮ ਫਤਹ ਹੀ ਨਾ ਹੋਵਾਂ, ਮੈਂ ਦੁਨੀਆ ਜਿੱਤ ਕੇ ਤੇਰੇ ਮਾਂ ਕਦਮਾਂ 'ਚ ਨਾ ਰੱਖਦਿਆਂ, ਉਹਨਾਂ ਦੇਰ ਮੈਂ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਵਾਂਗਾ। ਤੇ ਸਿਕੰਦਰ ਨੇ 15 ਕੁ ਸਾਲਾਂ ਦੇ ਵਿੱਚ ਅੱਧੀ ਦੁਨੀਆ ਜਿੱਤ ਲਈ। ਜਦੋਂ ਉਹ ਵਾਪਸ ਜਾ ਰਿਹਾ ਸੀ ਤੇ ਬਾਬਲ ਸ਼ਹਿਰ ਦੇ ਕੋਲ ਜਾ ਕੇ ਉਹ ਬਿਮਾਰ ਪੈ ਗਿਆ। ਉਹਦੇ ਨਾਲ ਆਏ ਹੋਏ ਹਕੀਮਾਂ ਵੈਦਾਂ ਨੇ ਉਹਦਾ ਬੜਾ ਇਲਾਜ ਕੀਤਾ, ਬੜਾ ਜ਼ੋਰ ਲਾਇਆ, ਪਰ ਉਹਦੀ ਸਿਹਤ ਦਿਨ ਬ ਦਿਨ ਵਿਗੜਦੀ ਤੁਰੀ ਗਈ। ਉਹਨੂੰ ਕਈ ਕਿਸਮ ਦੀਆਂ ਬਿਮਾਰੀਆਂ ਦੱਸੀਆਂ ਗਈਆਂ ਨੇ, ਪਰ
ਇੱਕ ਬਿਮਾਰੀ ਬਹੁਤ ਸਾਰੇ ਇਤਿਹਾਸਕਾਰਾਂ ਨੇ ਬਾਰ-ਬਾਰ ਲਿਖੀ ਹੈ, ਉਹਦਾ ਨਾਂ ਹੈ ਮਲੇਰੀਆ, ਕਿ ਉਹਨੂੰ ਮਲੇਰੀਏ ਦਾ ਬੁਖਾਰ ਹੋਇਆ ਸੀ, ਜੋ ਵਿਗੜ ਕੇ ਨਮੋਨੀਆ ਬਣ ਗਿਆ, ਜੋ ਕਿਸੇ ਜੜੀ ਬੂਟੀ ਦੇ ਵਿੱਚ ਨਾ ਆਇਆ। ਉਹ ਇਸ ਬੁਖਾਰ ਇੰਨਾ ਤੇਜ਼ ਹੋ ਗਿਆ ਕਿ ਉੱਥੇ ਬਾਬਲ ਦੇ ਸ਼ਹਿਰ ਦੇ ਮੁਕਾਮ ਤੇ ਸਿਕੰਦਰ ਦੀ 35 ਕੁ ਸਾਲ ਦੀ ਉਮਰ ਵਿੱਚ ਉਹਦੀ ਹਾਲਤ ਵਿਗੜ ਗਈ। ਉਹਨੇ ਆਪਦੇ ਹਕੀਮਾਂ, ਆਪਣੇ ਵੈਦਾਂ ਨੂੰ ਕਿਹਾ, ਬੜਾ ਜ਼ੋਰ ਲਾਇਆ ਕਿ ਜਿਵੇਂ ਵੀ ਜਾਣਦੇ ਜੇ ਮੈਨੂੰ ਠੀਕ ਕਰੋ, ਮੈਂ ਉਹਦੀ ਮਾਂ ਨੂੰ ਮਿਲਣਾ ਹੈ, ਮੈਂ ਉਹਦੀ ਮਾਂ ਨਾਲ ਕੋਈ ਗੱਲ ਕਰਨੀ ਹੈ ਜ਼ਰੂਰੀ। ਸ਼ਾਇਦ ਉਹ ਇਹੀ ਗੱਲ ਕਰਨੀ ਚਾਹੁੰਦਾ ਸੀ ਜਿਹੜੀ ਉਹਦੀ ਵਾਰਤਾਲਾਪ ਸਾਧੂ ਨਾਲ ਹੋਈ ਸੀ, ਪਰ ਨਹੀਂ, ਉਸ ਰੱਬ ਨੇ ਇਹ ਮੌਕਾ ਨਹੀਂ ਦਿੱਤਾ। ਉਹ ਸਾਧੂ ਸੰਤਾਂ ਨੂੰ ਦੀਆਂ ਗੱਲਾਂ, ਰੱਬ ਦੇ ਪਿਆਰਿਆਂ ਦੀਆਂ ਗੱਲਾਂ ਅਸਲ ਵਿੱਚ ਖੁਦਾਈ ਗੱਲਾਂ ਹੁੰਦੀਆਂ ਨੇ, ਖੁਦਾਈ ਹੁਕਮ ਹੋਇਆ ਕਰਦੇ। ਉਹਨੇ ਆਪਦੇ ਵੈਦਾਂ ਨੂੰ, ਆਪਦੇ ਹਕੀਮਾਂ ਨੂੰ ਅੱਧਾ ਰਾਜ ਦੇਣ ਤੱਕ ਦੀ ਆਫਰ ਕਰ ਦਿੱਤੀ। ਜਿਵੇਂ ਅੱਜ ਵੀ ਅਸੀਂ ਵੇਖਦੇ ਹਾਂ ਕਿ ਕੋਈ ਬਦਕਿਸਮਤੀ ਨਾਲ ਕਿਸੇ ਮਰੀਜ਼ ਨੂੰ ਲਾ ਇਲਾਜ ਹੋ ਜਾਏ ਤੇ ਉਹ ਕਿਸੇ ਅਮੀਰ ਘਰ ਦਾ ਹੋਵੇ ਤੇ ਉਹਦੇ ਪਰਿਵਾਰਕ ਮੈਂਬਰ ਡਾਕਟਰ ਨੂੰ ਕਹਿਣਗੇ ਕਿ ਪੈਸਾ ਡਾਕਟਰ ਸਾਹਿਬ ਜਿੰਨਾ ਕਹੋਗੇ ਉਹਨਾਂ ਦੇ ਦਿਆਂਗੇ, ਸਾਡੇ ਇਸ ਮੈਂਬਰ ਨੂੰ, ਸਾਡੇ ਜੀ ਨੂੰ ਬਚਾ ਲਓ। ਤੇ ਕਈ ਵਾਰੀ ਡਾਕਟਰ ਬੇਵੱਸ ਹੋ ਜਾਂਦੇ ਨੇ। ਬਸ ਉਹੀ ਗੱਲ ਵਾਪਰੀ ਕਿ ਡਾਕਟਰ ਬੇਵੱਸ ਹੋ ਗਏ। ਇੱਥੇ ਇੱਕ ਐਸੀ ਘਟਨਾ ਵਾਪਰੀ ਕਿ ਜਦੋਂ ਸਿਕੰਦਰ ਬਹੁਤ ਤੰਗ ਹੋ ਗਿਆ, ਵਿੱਚੋਂ ਬੇਹੋਸ਼ੀ ਵੀ ਆਉਣ ਲੱਗ ਪਈ, ਹੋਸ਼ ਵੀ ਆਵੇ, ਉਹ ਹਕੀਮ ਉਸ ਨੂੰ ਪੱਟੀਆਂ ਪਾਣੀ 'ਚ ਭੇਂ ਕੇ ਮੱਥੇ ਤੇ ਕਰ ਰਹੇ ਸਨ। ਹੋਸ਼ ਆਈ ਤੇ ਉਸਨੇ ਕਿਹਾ ਕਿ ਅਗਰ ਮੇਰੀ ਮੌਤ ਹੋ ਜਾਏ ਤੇ ਜਿਹੜਾ ਧਨ ਦੌਲਤ ਮੈਂ ਬਹੁਤਾ ਜਮ੍ਹਾਂ ਕੀਤਾ ਹੈ ਉਹ ਮੇਰੇ ਜਨਾਜ਼ੇ ਤੋਂ ਸੁੱਟਿਆ ਜਾਏ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਇਹ ਪੈਸਾ ਕਿਸੇ ਕੰਮ ਨਹੀਂ ਆਉਂਦਾ, ਇਹ ਦੁਨੀਆ ਦਾ ਹੈ ਤੇ ਦੁਨੀਆ ਕੋਲ ਚਲਾ ਜਾਏ। ਅੱਜ ਵੀ ਅਸੀਂ ਵੇਖਦੇ ਹਾਂ ਕਈ ਵਾਰੀ ਕਈਆਂ ਬਜ਼ੁਰਗਾਂ ਦੇ ਉੱਤੋਂ ਦੀ, ਉਹਨਾਂ ਦੇ ਜਨਾਜ਼ੇ ਦੇ ਉੱਤੋਂ ਦੀ ਪੈਸੇ ਸੁੱਟੇ ਜਾਂਦੇ ਨੇ। ਇਹ ਉਸ ਵੇਲੇ ਸਿਕੰਦਰ ਦੀ ਰਸਮ ਹੈ ਬਣਾਈ ਹੋਈ। ਦੂਸਰੀ ਗੱਲ ਉਸਨੇ ਕਹੀ ਕਿ ਮੇਰੇ ਹੱਥ ਢੱਕੇ ਨਾ ਜਾਣ, ਇਹ ਬਾਹਰ ਖਾਲੀ ਖੁੱਲੇ ਛੱਡੇ ਜਾਣ, ਤਾਂ ਕਿ ਦੁਨੀਆ ਨੂੰ ਜਿੱਤਣ ਵਾਲੇ ਲੋਕ, ਦੁਨੀਆ ਦੇ ਵਿੱਚ ਕਤਲੋ ਗਾਰਦ ਮਚਾਉਣ ਵਾਲੇ ਉਹ ਲੋਕ, ਉਹਨਾਂ ਨੂੰ ਇਹ ਅਹਿਸਾਸ ਹੋਵੇ ਕਿ ਦੁਨੀਆ ਦਾ ਜੇਤੂ ਸਿਕੰਦਰ ਇਸ ਦੁਨੀਆ ਤੋਂ ਖਾਲੀ ਹੱਥ ਗਿਆ ਸੀ, ਇਸ ਕਰਕੇ ਲੈ ਕੇ ਜਾਣਾ ਹੈ। ਇਹ ਸਿੱਖਿਆ ਉਸ ਸੰਤ ਨੇ, ਫਕੀਰ ਨੇ ਵੀ ਸਿਕੰਦਰ ਨੂੰ ਕਹੀ ਸੀ ਕਿ ਸਿਕੰਦਰ, ਜਦੋਂ ਮਨੁੱਖ ਦੁਨੀਆ 'ਚ ਆਉਂਦਾ ਹੈ, ਉਹਦੇ ਤਨ ਤੇ ਨਾ ਕੋਈ ਕੱਪੜਾ ਹੁੰਦਾ ਹੈ, ਨਾ ਉਹਦੇ ਹੱਥ ਵਿੱਚ ਕੋਈ ਮਾਇਆ ਹੁੰਦੀ, ਨਾ ਉਹਦੇ ਹੱਥ ਵਿੱਚ ਕੋਈ ਖਾਣ ਨੂੰ ਹੁੰਦਾ ਹੈ। ਉਹ ਜਦੋਂ ਇਸ ਧਰਤੀ ਤੇ ਜਨਮ ਲੈਂਦਾ, ਉਹਨੂੰ ਇੱਥੋਂ ਫਿਰ ਸਭ ਕੁਝ ਪ੍ਰਾਪਤ ਹੁੰਦਾ ਹੈ, ਤੇ ਜਦੋਂ ਉਹ ਇਸ ਦੁਨੀਆ ਤੋਂ ਜਾਂਦਾ ਹੈ, ਉਹ ਸਭ ਕੁਝ ਛੱਡ ਕੇ ਚਲਾ ਜਾਂਦਾ ਹੈ। ਉਹਦੇ ਹੱਥ ਵਿੱਚ ਨਾ ਕੋਈ ਧਨ ਦੌਲਤ ਹੁੰਦਾ ਹੈ ਤੇ ਨਾ ਉਹਦੇ ਕੋਲ ਕੋਈ ਖਾਣ ਨੂੰ ਹੁੰਦਾ ਹੈ, ਨਾ ਉਹ ਕੁਛ ਖਾ ਹੀ ਸਕਦਾ ਹੈ, ਬਲਕਿ ਉਹਦੀ ਜਿਹੜੀ ਉਹਨੇ ਸਰੀਰ ਨੂੰ ਪਾਲਿਆ ਹੁੰਦਾ ਹੈ ਉਹਦੇ ਤੇ ਵੀ ਬੇਵਸੀ ਹੁੰਦੀ ਹੈ। ਉਹ ਵੀ ਉਹਦੇ ਵਾਰਸਾਂ ਦੇ ਵੱਸ 'ਚ ਚਲਾ ਜਾਂਦਾ ਹੈ। ਉਹ ਉਹਨੂੰ ਜੋ ਚਾਹੁਣ, ਦਫਨਾਉਣਾ ਚਾਹੁਣ, ਉਹਦਾ ਸੰਸਕਾਰ ਕਰਨਾ ਚਾਹੁਣ, ਜਾਂ ਜੋ ਵੀ ਕਰਨਾ ਚਾਹੁਣ, ਉਹ ਵਾਰਸ ਕਰਨਗੇ। ਮਰਨ ਵਾਲੇ ਦੀ ਉੱਥੇ ਫਿਰ ਕੋਈ ਮਰਜ਼ੀ ਨਹੀਂ ਰਹਿ ਜਾਂਦੀ, ਉਹ ਦੇਹ ਵੀ ਉਹਦੀ ਨਹੀਂ ਰਹਿ ਜਾਂਦੀ। ਇਸ ਕਰਕੇ ਮੇਰੇ ਹੱਥ ਮੇਰੇ ਜਨਾਜ਼ੇ ਤੋਂ ਬਾਹਰ ਰੱਖੇ ਜਾਣ, ਤਾਂ ਕਿ ਹੋਰ ਕੋਈ ਦੁਨੀਆ ਨੂੰ ਜਿੱਤਣ ਲਈ ਕੋਈ ਨਿਕਲਣ ਵਾਲੇ ਨੂੰ ਕੋਈ ਸਿੱਖਿਆ ਮਿਲ ਸਕੇ। ਤੋ ਸਿਕੰਦਰ ਬਾਬਲ ਦੇ ਮੁਕਾਮ ਤੇ 35 ਸਾਲ ਦੀ ਭਰ ਜਵਾਨੀ ਉਮਰ ਵਿੱਚ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਦੁਨੀਆ ਦੇ ਉੱਤੇ
ਦੁਨੀਆ ਨੂੰ ਜਿੱਤਣ ਵਾਸਤੇ ਬੜਾ ਜ਼ੁਲਮ ਕਰਨਾ ਪੈਂਦਾ ਹੈ, ਬੜਾ ਕਹਿਰ ਕਰਨਾ ਪੈਂਦਾ ਹੈ। ਕੋਈ ਭਲੀ ਜ਼ੁਬਾਨਸੀ ਨਾਲ ਕਿਸੇ ਨੂੰ ਜਿੱਤਿਆ ਨਹੀਂ ਜਾ ਸਕਦਾ। ਬਹੁਤ ਵੱਡੇ ਪੱਥਰ ਦਿਲ ਜ਼ਾਲਮ ਇਨਸਾਨ ਹੁੰਦੇ ਨੇ ਜੋ ਦੂਸਰਿਆਂ ਦੇਸ਼ਾਂ ਨੂੰ ਗੁਲਾਮ ਬਣਾਉਂਦੇ। ਉਸੇ ਤਰ੍ਹਾਂ ਹੀ ਮਨੁੱਖ ਦੀ ਫਿਤਰਤ ਹੈ ਕਿ ਅਸੀਂ ਰੱਬ ਨਾਲ ਟੱਕਰ ਲਾ ਲੈਂਦੇ। ਹੁਣ ਖਾਣੇ ਤਾਂ ਮਨੁੱਖ ਨੇ ਅਨਾਜ ਹੀ ਹੁੰਦਾ ਹੈ ਨਾ, ਕੋਈ ਸੋਨੇ ਚਾਂਦੀ ਦੇ ਬਿਸਕੁਟ ਤਾਂ ਨਹੀਂ ਮਨੁੱਖ ਨੇ ਖਾਣੇ। ਖਾਣਾ ਤਾਂ ਅਨਾਜ ਹੀ ਹੈ। ਕੋਈ ਚਾਵਲ ਖਾਂਦਾ ਹੈ, ਕੋਈ ਰੋਟੀ ਖਾਂਦਾ ਹੈ, ਕੋਈ ਹੋਰ ਬਨਸਪਤੀ ਕੋਈ ਖਾਂਦਾ ਹੈ। ਖਾਣਾ ਤਾਂ ਇਹੀ ਹੈ ਨਾ। ਫਿਰ ਕਾਹਦੀ ਦੌੜ ਹੈ? ਉਸ ਜ਼ਮਾਨੇ ਵਿੱਚ ਇੱਕ ਰਾਜਾ ਦੂਸਰੇ ਰਾਜੇ ਦੀ ਹਮਲਾ ਕਰਕੇ ਕਿੰਨਾ ਨੁਕਸਾਨ, ਕਿੰਨਾ ਕਤਲੋ ਗਾਰਦ ਕਰਦਾ ਸੀ। ਉਹ ਕਤਲੋ ਗਾਰਦ ਇਨਸਾਨਾਂ ਦਾ, ਜਾਨਵਰਾਂ ਦਾ ਜਿਹੜਾ ਹੁੰਦਾ ਸੀ, ਉਹ ਰੱਬ ਦੇ ਭੇਜੀ ਹੋਏ ਉਹਨਾਂ ਜੀਵਾਂ ਨੂੰ ਮਾਰਦਾ ਸੀ। ਉਹਦੇ ਮਤਲਬ ਸੀ ਕਿ ਰੱਬ ਨਾਲ ਸਿੱਧੀ ਟੱਕਰ ਲੱਗਦੀ ਸੀ। ਔਰ ਜ਼ਿਆਦਾਤਰ ਜੇਤੂ ਰਾਜਿਆਂ ਦਾ ਜੋ ਹਸ਼ਰ ਉਹਨਾਂ ਦੇ ਮਰਨ ਸਮੇਂ ਹੁੰਦਾ ਸੀ, ਉਸ ਤੋਂ ਵੀ ਭੈੜਾ ਹੁੰਦਾ ਸੀ। ਕਿਸੇ ਵੀ ਰਾਜੇ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਉਹ ਜਦੋਂ ਵੀ ਇਸ ਦੁਨੀਆ ਤੋਂ ਗਿਆ ਹੈ ਤੜਫਦਾ ਗਿਆ ਹੈ। ਉਹਦਾ ਕਾਰਨ ਕੀ ਹੈ? ਕਿ ਆਪਦੇ ਜੀਵਨ ਵਿੱਚ ਉਹਨੇ ਲੋਕਾਂ ਨੂੰ ਤਾਂ ਮਾਰਿਆ ਹੀ ਮਾਰਿਆ, ਲੇਕਿਨ ਉਹਨੇ ਰੱਬ ਦੇ ਵੱਲੋਂ ਭੇਜੀ ਹੋਈ, ਸਾਜੀ ਹੋਈ ਸ੍ਰਿਸ਼ਟੀ ਦੇ ਉਹਨਾਂ ਲੋਕਾਂ ਨੂੰ ਵੀ ਮਾਰਨ ਤੋਂ ਬਾਅਦ ਉਸ ਰੱਬ ਦੀ ਇੱਕ ਟੱਕਰ ਲਾਈ, ਉਹਨੂੰ ਵਿਖਾਇਆ ਕਿ ਮੈਂ ਤੇਰੇ ਭੇਜੇ ਹੋਏ ਜੀਵ ਵੀ ਮਾਰ ਦਿੱਤੇ ਨੇ। ਤੋ ਰੱਬ ਨਾਲ ਟੱਕਰ ਬੜੀ ਮਾੜੀ ਹੁੰਦੀ ਏ। ਰੱਬ ਦੇ ਨਿਯਮਾਂ ਨੂੰ ਬਦਲਣ ਵਾਲੇ ਕਈ ਵਾਰੀ ਪੂਰੀ ਦੁਨੀਆ ਲਈ ਖਤਰਾ ਪੈਦਾ ਕਰ ਦਿੰਦੇ ਨੇ, ਜਿਸ ਤਰ੍ਹਾਂ ਅੱਜ ਸਾਡੇ ਸਾਹਮਣੇ ਵਾਪਰ ਰਿਹਾ ਹੈ। ਨਿਰਸੰਦੇਹ ਸਾਡੀ ਸਾਇੰਸ ਨੇ ਬਹੁਤ ਤਰੱਕੀ ਕੀਤੀ। ਮਨੁੱਖ ਦੇ ਜਿਉਣ ਵਾਸਤੇ ਉਸਨੇ ਬਹੁਤ ਆਰਾਮ ਦੇ ਸਾਧਨ ਪੈਦਾ ਕੀਤੇ ਨੇ। ਇਸ ਵਿੱਚ ਉਸਦੀ ਸ਼ਲਾਘਾ ਕੀਤੀ ਜਾਏਗੀ। ਲੇਕਿਨ ਜਦੋਂ ਅਸੀਂ ਸਭ ਕੁਝ ਪ੍ਰਾਪਤ ਕਰ ਚੁੱਕੇ ਹਾਂ, ਹੁਣ ਸਾਨੂੰ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ। ਜੋ ਛੇੜਛਾੜ ਅਸੀਂ ਸ਼ੁਰੂ ਕੀਤੀ ਹੈ, ਉਸ ਛੇੜਛਾੜ ਦਾ ਨਤੀਜਾ ਕੀ ਹੈ ਕਿ ਅਸੀਂ ਉਸ ਰੱਬ ਦੇ ਨਿਯਮ ਦੇ ਉਲਟ ਚੱਲ ਪਏ ਹਾਂ। ਮੇਰੀ ਤੁਸ਼ ਬੁੱਧੀ ਦੇ ਅਨੁਸਾਰ ਉਹ ਰੱਬ, ਉਹ ਪਰਮਾਤਮਾ, ਉਹ ਪਰਵਰਦਿਗਾਰ ਸਾਡੇ ਨਾਲ ਨਾਰਾਜ਼ ਹੋ ਗਿਆ ਹੈ। ਤੇ ਮੈਂ ਸਾਰਿਆਂ ਵੀਰਾਂ ਨੂੰ, ਜਿਨ੍ਹਾਂ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ, ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਸਾਰੇ ਹੀ ਉਸ ਰੱਬ ਨੂੰ ਮਨਾਈਏ, ਰਲ ਮਿਲ ਕੇ ਉਸ ਨੂੰ ਖੁਸ਼ ਕਰੀਏ, ਤੇ ਤਾਂ ਕਿ ਉਹ ਸਾਡੇ ਤੇ ਪ੍ਰਸੰਨ ਹੋਵੇ ਤੇ ਇਹ ਕਰੋਨਾ ਵਾਇਰਸ ਵਰਗੀ ਭਿਅੰਕਰ ਬਿਮਾਰੀ ਨੂੰ ਇਸ ਦੁਨੀਆ ਤੋਂ ਹਟਾਵੇ। ਮਨੁੱਖ ਨੂੰ ਫਿਰ ਤੋਂ ਤੰਦਰੁਸਤ ਜੀਵਨ ਪ੍ਰਦਾਨ ਬਖਸ਼ੇ, ਜਿਹੜਾ ਉਹਨੇ ਪਹਿਲਾਂ ਉਹਨੇ ਤਾਂ ਦਿੱਤਾ ਸੀ ਨਾ। ਅਸੀਂ ਚੀਜ਼ ਕੀ ਆ? ਜੇ ਅਸੀਂ ਇਸ ਦੁਨੀਆ ਵਿੱਚ ਆਉਣੇ ਤੇ ਉਹ ਭੇਜਦਾ ਹੈ। ਜੇ ਅਸੀਂ ਤੰਦਰੁਸਤੀ ਦਾ ਜੀਵਨ ਬਤੀਤ ਕਰਨੇ ਤੇ ਉਹਦੀ ਕਿਰਪਾ, ਉਹਦੀ ਰਜ਼ਾ 'ਚ ਹੈ। ਜੇ ਕੋਈ ਬਿਮਾਰ ਵੀ ਪਿਆ ਹੈ ਤੇ ਉਹ ਵੀ ਉਹਦੇ ਕਰਕੇ ਹੈ ਕਿ ਉਹਨੇ ਕਿਸ ਜਨਮ ਦੀ ਸਜ਼ਾ ਦਿੱਤੀ। ਸੋ ਰੱਬ ਨੇ ਕਰੋਨਾ ਵਾਇਰਸ ਰਾਹੀਂ ਅਸਲ ਵਿੱਚ ਬੰਦੇ ਨੂੰ ਆਪਦੀ ਹੋਂਦ ਵਿਖਾਈ ਹੈ ਕਿ ਜੇ ਮੈਂ ਆਪਦੀ ਆਈ ਤੇ ਆ ਜਾਂ ਤੇ ਤੇਰਾ ਸਭ ਕੁਝ ਧਰਿਆ ਧਰਾਇਆ ਰਹਿ ਜਾਏਗਾ। ਤੇਰੀ ਸਾਇੰਸ ਕੋਲ ਕੁਛ ਵੀ ਨਹੀਂ ਬਚੇਗਾ ਕਿ ਜੋ ਮੇਰੇ ਸਾਹਮਣੇ ਖੜੋ ਸਕੇ। ਸੋ ਅੱਜ ਇੱਕੋ ਹੀ ਰਸਤਾ ਹੈ ਕਿ ਅਸੀਂ ਉਸ ਦਾਤੇ ਦਾ ਸ਼ੁਕਰਾਨਾ ਕਰੀਏ, ਉਹਦੇ ਅੱਗੇ ਗਲਤੀਆਂ ਮੰਨੀਏ ਤੇ ਮਾਫੀ ਮੰਗੀਏ ਕਿ ਇਸ ਵਾਰ ਸਾਡੇ ਕੋਲੋਂ ਹੋਈਆਂ ਗਲਤੀਆਂ ਤੇ ਭੁੱਲਾਂ ਦੀ ਮਾਫੀ ਦੇ, ਅਬ ਕੀ ਬਾਰ ਬਖਸ਼ ਬੰਦੇ ਨੂੰ। ਐਸਾ ਪਰਮਾਤਮਾ ਮਨੁੱਖ ਨੂੰ ਇਸ ਵਾਰੀ ਬਖਸ਼, ਇੱਕ ਮੌਕਾ ਹੋਰ ਦੇ। ਇਹ ਕਰੋਨਾ ਵਾਇਰਸ ਨੂੰ ਸਾਡੇ ਤੋਂ ਚੱਕ,
ਸਾਰੇ ਵੀਰ ਆਪਦੇ ਆਪਦੇ ਧਰਮ ਵਿੱਚ ਆਪਦੇ ਆਪਦੇ ਰੱਬ ਦੀ ਜਿਸ ਤਰ੍ਹਾਂ ਵੀ ਪੂਜਾ ਕਰਦੇ ਨੇ, ਉਹ ਆਪਦੇ ਆਪਦੇ ਰੱਬ ਰਾਹੀਂ ਉਹਨੂੰ ਇਲਤਜ਼ਾ ਕਰਨ, ਬੇਨਤੀ ਕਰਨ। ਔਰ ਇਹਦੇ ਚ ਕੋਈ ਸ਼ੱਕ ਨਹੀਂ ਕਿ ਸਾਡੇ ਵੱਲੋਂ ਕੀਤੀਆਂ ਹੋਈਆਂ ਬੇਨਤੀਆਂ, ਅਰਦਾਸਾਂ ਨੂੰ ਉਹ ਮੰਨੇਗਾ ਨਾ। ਇਸ ਤਰ੍ਹਾਂ ਨਹੀਂ ਹੁੰਦਾ। ਅਸੀਂ ਦਿਲੋਂ ਹੋ ਕੇ ਅਰਦਾਸ ਕਰੀਏ ਕਿ ਰੱਬ ਦੁਬਾਰਾ ਜਿਹੜਾ ਮਨੁੱਖ ਅੱਜ ਕੈਦ ਹੋਇਆ ਹੈ, ਅੱਜ ਇਹਦੇ ਦੁਬਾਰਾ ਰਸਤੇ ਖੋਲੇ ਤੇ ਇਹ ਸੰਸਾਰ ਦੁਬਾਰਾ ਉਸੇ ਪਟੜੀ ਤੇ ਆ ਕੇ ਉਸੇ ਸਪੀਡ ਤੇ ਭੱਜੇ ਤੇ ਉਹਦੀ ਰਹਿਮੋ ਕਰਮ ਦੀ ਬਾਰਿਸ਼ ਸਾਡੇ ਤੇ ਹੋਵੇ ਤੇ ਇਹ ਕਰੋਨਾ ਵਾਇਰਸ ਦਾ ਨਾਮੋ ਨਿਸ਼ਾਨ ਖਤਮ ਹੋ ਜਾਏ ਤੇ ਅਸੀਂ ਵੀ ਆਪਦੇ ਗੁਨਾਹ ਤੋਂ ਤੋਬਾ ਕਰੀਏ। ਜਿਹੜੀਆਂ ਗਲਤੀਆਂ ਅਸੀਂ ਕਰਨੇ ਆ, ਅੱਜ ਤੋਂ ਬਾਅਦ ਅਸੀਂ ਉਹ ਗਲਤੀਆਂ ਨਹੀਂ ਕਰਾਂਗੇ। ਇਹ ਉਸ ਰੱਬ ਨੂੰ ਮਨਾਉਣ ਦੀ ਕੋਸ਼ਿਸ਼ ਕਰੀਏ। ਇਹ ਸਿਕੰਦਰ ਦੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ? ਇਹਦੇ ਤੇ ਆਪਦੇ ਕਿਸੇ ਕਿਸਮ ਦੇ ਵੀ ਕਮੈਂਟਸ ਉਹ ਮੇਰੇ ਲਈ ਇੱਕ ਟੌਨਕ ਹੋਣਗੇ, ਕਿਰਪਾ ਕਰਿਓ ਜ਼ਰੂਰ ਦਿਓ। ਇਹ ਕਿਹੋ ਜਿਹੀ ਲੱਗੀ ਹੈ, ਇਹਦੇ ਵਿੱਚ ਕੀ ਕੁਛ ਇਤਰਾਜ਼ ਤੁਹਾਨੂੰ ਹੋਇਆ ਉਹਦਾ ਵੀ ਦੱਸਿਓ, ਕਿਉਂਕਿ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਕੋਈ ਕਮੀ ਪੇਸ਼ੀ ਨਾ ਰਹੇ। ਪਰ ਮਨੁੱਖ ਜਿਹੜਾ ਹੈ ਉਹ ਕਮੀਆਂ ਪੇਸ਼ੀਆਂ ਦਾ ਹੀ ਤਾਂ ਪੁਤਲਾ ਹੈ। ਪਤਾ ਨਹੀਂ ਕਿੰਨੀਆਂ ਕਮੀਆਂ ਰਹਿ ਗਈਆਂ ਹੋਣਗੀਆਂ। ਉਹਨਾਂ ਨੂੰ, ਮੇਰੀਆਂ ਗਲਤੀਆਂ ਨੂੰ ਭੁੱਲ ਕੇ ਮੇਰੇ ਤੇ ਕਿਰਪਾ ਰੱਖਿਓ ਤੇ ਮੈਨੂੰ ਉਤਸ਼ਾਹਿਤ ਕਰੋ ਤਾਂ ਕਿ ਮੈਂ ਇਸ ਤੋਂ ਵੀ ਵੱਧ ਚੜ ਕੇ ਆਪ ਜੀ ਦੀ ਸੇਵਾ ਕਰ ਸਕਾਂ। ਇੱਥੇ ਹੀ ਸਮਾਪਤੀ ਹੈ। ਹੁਣ ਅਗਲੀ ਵਾਰ ਕਿਸੇ ਹੋਰ ਮਹਾਨ ਸ਼ਖਸੀਅਤ ਦੇ ਜੀਵਨ ਨੂੰ ਲੈ ਕੇ ਆਪ ਜੀ ਨਾਲ ਵਿਚਾਰ ਚਰਚਾ ਹੋਵੇਗੀ। ਆਪ ਖੁਸ਼ ਰਹੋ, ਆਬਾਦ ਰਹੋ। ਇਹ ਦੁਨੀਆ ਫਿਰ ਆਪਦੀ ਪਟੜੀ ਤੇ ਉਸੇ ਤਰ੍ਹਾਂ ਭੱਜੇ। ਮੇਰੀ ਵੀ ਉਸ ਪਰਵਰਦਗਾਰ ਅੱਗੇ ਅਰਦਾਸ ਬੇਨਤੀ ਜੁੜਦੀ ਹੈ ਕਿ ਇੱਕ ਵਾਰੀ ਮਨੁੱਖ ਨੂੰ ਬਖਸ਼ ਦੇਵੇ। ਆਪ ਸਭ ਦੀਆਂ ਦੁਆਵਾਂ ਲੈ ਕੇ ਇੱਥੇ ਹੀ ਸਮਾਪਤੀ ਕਰਕੇ ਆਪ ਜੀ ਤੋਂ ਛੁੱਟੀ ਲੈਂਦਾ।